ਸਾਰੀ ਹੀ ਹਿਊਮਨ ਹਿਸਟਰੀ ਦੇ ਵਿੱਚ ਮਹਾਨ ਪਵਿੱਤਰ ਦਿਵਸ ਹੈ। ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਸਾਰਿਆਂ ਦੇ ਸਾਂਝੇ ਮਿੱਤਰ ਪਿਆਰੇ, ਸਾਰਿਆਂ ਤੋਂ ਵੱਡੇ ਅਤੇ ਸਾਰਿਆਂ ਦੇ ਨਾਲ ਪਿਆਰ ਕਰਨ ਵਾਲੇ, ਨਿਰਾ ਹੀ ਪਿਆਰ ਦੇ ਰੂਪ। ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ ਸ਼ਬਦ ਗੁਰੂ, ਧਿਆਨ ਧਰ ਕੇ ਸੀਸ ਝੁਕਾ ਕੇ ਗੁਰੂ ਸਾਹਿਬ ਨੂੰ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸੰਗਤ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਯਾਦ ਕਰਨਾ ਹੈ। ਭਾਈ ਵੀਰ ਸਿੰਘ ਜੀ ਦੱਸਦੇ ਨੇ, ਕਾਫੀ ਖੋਜ ਤੋਂ ਬਾਅਦ, ਸੰਸਕ੍ਰਿਤ ਦੀ ਖੋਜ ਕਰਕੇ, ਹੋਰ ਪੁਰਾਤਨ ਭਾਸ਼ਾ ਦੀ ਖੋਜ ਕਰਕੇ, ਵੀ ਨਾਨਕ ਲਫ਼ਜ਼ ਦਾ ਅਰਥ ਹੈ ਆਨੰਦ ਅਤੇ ਸੁੱਖ ਦਾ ਰੂਪ। ਇਹ ਭਾਈ ਵੀਰ ਸਿੰਘ ਜੀ ਨੇ ਆਪ ਲਿਖਿਆ ਹੈ। ਗੁਰੂ ਨਾਨਕ ਸਾਹਿਬ ਜੀ is the greatest of the great. He is the friend to all of humanity and all of creation. ਆਪਾਂ ਗੁਰਸਿੱਖ ਹੋ ਕੇ ਰੋਜ਼ ਪੜ੍ਹਦੇ ਨੇ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। ਵੱਡੇ ਵੱਡੇ ਗਿਆਨੀ ਵਿਦਵਾਨ ਗੁਰ ਭਾਈ ਯਤਨ ਕਰਦੇ ਹੈ ਪਰਮੇਸ਼ਰ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਨ। ਪਰ ਮਹਾਰਾਜ ਜੀ ਕਹਿੰਦੇ, ਹੇ ਸੱਚੇ ਪਾਤਸ਼ਾਹ, ਕਹਿ ਨਾ ਜਾਈ ਤੇਰੀ ਤਿਲ ਵਡਿਆਈ। We cannot narrate the greatness of Guru Nanak Sahib Ji. ਮਹਾਰਾਜ ਜੀ ਕਹਿੰਦੇ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਹੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਵਾਹਿਗੁਰੂ ਜੀ, ਇੱਕ ਮੈਂ ਬੇਨਤੀ ਕਰਾਂ, ਅਦ੍ਰਿਸ਼ਟ ਪ੍ਰਭੂ ਵਾਹਿਗੁਰੂ ਅਕਾਲ ਪੁਰਖ ਦਾ ਸਾਕਾਰ ਰੂਪ ਗੁਰੂ ਨਾਨਕ ਸਾਹਿਬ ਜੀ, ਗੁਰ ਪਰਮੇਸ਼ਰ। Vaheguru is the invisible Lord, Creator, and the Guru is the visible form of Vaheguru. And the vehicle between the two is the Shabd. ਸ਼ਬਦ ਦੇ ਰਾਹੀਂ ਜਦ ਆਪਾਂ ਪੜ੍ਹਦੇ ਹਾਂ ਗੁਰਪ੍ਰਸਾਦ, ਇਹਦਾ ਅਰਥ ਹੈ ਗੁਰੂ ਦੇ ਸ਼ਬਦ ਦੇ ਰਾਹੀਂ, ਕਰਕੇ ਗੁਰੂ ਦੀ ਕਿਰਪਾ ਸ਼ਬਦ ਰਾਹੀਂ ਹੀ ਹੋਣੀ ਹੈ। ਗੁਰ ਪਰਮੇਸ਼ਰ ਏਕੋ ਜਾਣ। ਸਾਡੇ ਲਈ ਗੁਰੂ ਨਾਨਕ ਸਾਹਿਬ ਜੀ ਪਾਰ ਬ੍ਰਹਮ ਗੁਰ ਪਰਮੇਸ਼ਰ ਹੈ, ਸਤ ਗੁਰੂ। ਮਹਾਰਾਜ ਜੀ ਕਹਿੰਦੇ, ਕੌਣ ਜਾਣੇ ਗੁਣ ਤੇਰੇ। ਅਸੀਂ ਫੇ ਕੀ ਕਰੀਏ ਸੱਚੇ ਪਾਤਸ਼ਾਹ ਜੇ ਅਸੀਂ ਤੇਰੇ ਗੁਣ ਨਹੀਂ ਜਾਣ ਸਕਦੇ। ਮਹਾਰਾਜ ਜੀ ਕਹਿੰਦਾ, ਹੌਂਸਲਾ ਰੱਖੋ। ਗਾਵਤੈ ਉਧਰੈ ਸੁਣਤੈ ਉਧਰੈ, ਬਿਨਸੈ ਪਾਪ ਘਨੇਰੇ। ਪਸ਼ੂ ਪ੍ਰੇਤ ਮੁਕਤ ਕੋ ਤਾਰੇ। ਜਿਨ੍ਹਾਂ ਦੀ ਬਿਰਥੀ ਗਿਰ ਜਾਂਦੀ ਹੈ, ਗੁਰੂ ਦੀ, ਜਿਹੜੇ ਗੁਰੂ ਤੋਂ ਬੇਮੁਖ ਹੋ ਜਾਂਦੇ ਨੇ, ਮਹਾਰਾਜ ਜੀ ਕਹਿੰਦੇ ਉਹ ਦੁਬਾਰਾ ਸੰਗਤ ਵਿੱਚ ਆ ਜਾਣ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜੋਤ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸੰਤਾਂ ਦੇ ਸੰਤ, ਪੀਰਾਂ ਦੇ ਪੀਰ, ਬ੍ਰਹਮ ਗਿਆਨੀਆਂ ਦੇ ਬ੍ਰਹਮ ਗਿਆਨੀ, ਗੁਰੂਆਂ ਦੇ ਗੁਰੂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ। ਆਪਾਂ ਰਹਿਤ ਮਰਿਆਦਾ ਦੇ ਮੁਤਾਬਕ ਕੇਵਲ ਗੁਰਬਾਣੀ ਦੀਆਂ ਤੁਕਾਂ ਹੀ ਗਾਇਨ ਕਰਨੀਆਂ ਹੈ। ਪਹਿਲੇ ਹਿੱਸੇ ਵਿੱਚ ਦਾਸ ਬੋਲਿਆ ਕਰੇਗਾ, ਦੂਜੇ ਹਿੱਸੇ ਦੇ ਵਿੱਚ ਸਾਰੀ ਹੀ ਸੰਗਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਸ਼ਬਦ ਰਾਹੀਂ ਆਪਾਂ ਸ਼ਰਧਾ ਦੇ ਫੁੱਲ ਭੇਟ ਕਰੀਏ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ।
ਕੌਣ ਜਾਣੇ ਗੁਣ ਤੇਰੇ। ਕੌਣ ਜਾਣੇ ਗੁਣ ਤੇਰੇ, ਕੌਣ ਜਾਣੇ ਗੁਣ ਤੇਰੇ। ਊਚਾ ਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਊਚਾ ਅਪਾਰ ਬੇਅੰਤ ਸੁਆਮੀ, ਕੌਣ ਜਾਣੇ ਗੁਣ ਤੇਰੇ। ਗੁਣ ਤੇਰੇ। ਹੇ ਸੱਚੇ ਪਾਤਸ਼ਾਹ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ, ਜਿੰਨੇ ਕੁ ਵੱਡੇ ਤੁਸੀਂ ਹੋ ਤੁਈਓ ਹੀ ਜਾਣ ਸਕਦੇ ਹਾਂ। ਮਹਾਰਾਜ ਜੀ ਨੇ ਸਾਨੂੰ ਹੌਂਸਲਾ ਬਖਸ਼ਿਆ। ਮਹਾਰਾਜ ਜੀ ਕਹਿੰਦੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਗੁਰ ਪੂਰੇ ਕੀ ਵਡਿਆਈ, ਤਾਂ ਕੀ ਕੀਮਤ ਕਹੀ ਨਾ ਜਾਈ। ਇਹ ਵੀ ਉਹੋ ਹੀ ਬਚਨ ਹੈ ਵੀ ਹੇ ਸੱਚੇ ਪਾਤਸ਼ਾਹ, ਅਸੀਂ ਆਪ ਜੀ ਦੀ ਵਡਿਆਈ ਗੈਣ ਕਰਨੀ ਹੈ, ਪਰ ਅਸੀਂ ਜਾਣ ਨਹੀਂ ਸਕਦੇ। ਮਹਾਰਾਜ ਜੀ ਸਤਿਗੁਰੂ ਗੁਰ ਪਰਮੇਸ਼ਰ ਪੂਰੇ ਗੁਰੂ, ਅਧੂਰੇ ਅੰਨੇ ਭੇਖ ਗੁਰੂ ਤਾਂ ਬਥੇਰੇ ਮਿਲਦੇ ਨੇ, ਹਰੇਕ ਦਰ 'ਤੇ ਮਿਲਦੇ ਨੇ, ਪਰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਸਮਰੱਥ ਗੁਰੂ, ਪੂਰੇ ਸਤਿਗੁਰੂ, ਉਹਦੀ ਵਡਿਆਈ ਕੋਈ ਨਹੀਂ ਜਾਣਦਾ। ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ, ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ। ਗੁਰ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ। ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ। ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ। ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ, ਗੁਰ ਪੂਰੇ ਕੀ ਵਡਿਆਈ। ਵਡਿਆਈ। ਪੂਰੇ ਸਤਿਗੁਰੂ, ਟਰੂ ਗੁਰੂ, ਪੂਰੇ 100% ਕੰਪਲੀਟ, 100% ਸੱਚ, ਸਾਡੇ ਵਰਗੇ ਨਹੀਂ, 100% ਸੱਚੇ ਪਾਤਸ਼ਾਹ ਪੂਰੇ ਗੁਰੂ। ਜੋ ਅਸੀਂ ਬੋਲਦੇ ਹਾਂ ਸਾਧ ਸੰਗਤ ਜੀ, ਨਾਲ ਦੀ ਨਾਲ ਸਕਰੀਨਾਂ 'ਤੇ ਆਈ ਜਾਣਾ ਹੈ, ਗੁਰਮੁਖੀ ਦੇ ਵਿੱਚ ਅਤੇ ਇੰਗਲਿਸ਼ ਦੇ ਵਿੱਚ। ਨਨਕਾਣਾ ਸਾਹਿਬ ਦੇ ਦਰਸ਼ਨ ਕਰੋ। ਦੌਲਤਾ ਦਾਈ ਮਿਡਵਾਈਫ, ਗੁਰੂ ਨਾਨਕ ਸਾਹਿਬ ਜੀ ਦੀ ਮਿਡਵਾਈਫ, ਦੱਸਦੀ ਹੈ ਵੀ ਜਦੋਂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਅਵਤਾਰ ਹੋਇਆ, ਹੱਸਦੇ ਹੱਸਦੇ ਅਤੇ ਖਿੜਿਆ ਹੋਇਆ ਚਿਹਰਾ ਸੱਚੇ ਪਾਤਸ਼ਾਹ ਪ੍ਰਗਟ ਹੋਏ। ਇਤਿਹਾਸ ਗਵਾਹ ਦਿੰਦਾ ਵੀ ਇਹ ਪਹਿਲਾ ਹੇਲਾ ਹੈ ਇਨਸਾਨੀਅਤ, ਜਿੱਥੇ ਹੱਸਦਾ ਹੱਸਦਾ ਕਿਸੇ ਨੇ ਪ੍ਰਕਾਸ਼ ਲਿਆ। ਹੁਣ ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ, ਜੋ ਇਤਿਹਾਸ ਵਿੱਚ ਕਲਿਆਣ ਦਾਸ ਅਤੇ ਕਲਿਆਣ ਰਾਏ ਬੇਦੀ ਜੀ ਵੀ ਲਿਖਿਆ ਹੈ। ਨਨਕਾਣਾ ਸਾਹਿਬ ਦਾ ਪੁਰਾਤਨ ਨਾਮ ਰਾਏ ਭੋਈ ਕੀ ਤਲਵੰਡੀ। ਰਾਏ ਭੋਈ ਸੀ ਰਾਏ ਬੁਲਾਰ ਦਾ ਪਿਤਾ ਜੀ, ਜੋ ਤੁਸੀਂ ਸਾਰੇ ਜਾਣਦੇ ਹੋ, ਅਤੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਦਾ ਪਿਤਾ ਜੀ ਕਲਿਆਣ ਦਾਸ ਜੀ ਪਟਵਾਰੀ ਦਾ ਕੰਮ ਕਰਦਾ ਸੀ ਰਾਏ ਬੁਲਾਰ ਲਈ। ਭੈਣ ਬੀਬੀ ਨਾਨਕੀ।
ਦੌਲਤਾਦਾਈ ਦੱਸਦੀ ਹੈ ਵੀ ਜਦ ਗੁਰੂ ਨਾਨਕ ਸਾਹਿਬ ਜੀ ਦਾ ਚਿਹਰਾ ਦੇਖਿਆ, ਸਰੀਰ ਨੂੰ ਸ਼ਾਂਤੀ, ਠੰਡ ਅਤੇ ਸੁਗੰਧੀ ਵੀ ਖਬਰਿਆ ਕਿਹੜੇ ਦੇਸ਼ ਦੇ ਫੁੱਲ ਦੀ ਮਹਿਕ ਆਉਂਦੀ ਸੀ ਉਸ ਵੇਲੇ। ਧੰਨ ਸੀ ਉਹ ਵੇਲਾ। ਮਹਾਰਾਜ ਜੀ ਦਾ ਬਚਨ ਹੈ, ਜਨਮ ਮਰਨ ਕੀ ਮਲ ਕੱਟੀਐ, ਗੁਰਦਰਸ਼ਨ ਦੇਖ ਨਿਹਾਲ। By seeing the true Guru, we are blessed with happiness and peace and calm. ਦਿਲ ਨਾ ਛੱਡੀਏ। ਇਸ ਵੇਲੇ ਵੀ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹੋਏ ਰਹੇ ਨੇ, ਤਾਬਿਆ ਤੇ ਬਿਰਾਜਮਾਨ ਨੇ। ਸਤਿਗੁਰੂ ਦਰਸ਼ਨ ਕਰ ਲਈਏ, ਆਪਾਂ ਵੀ ਨਿਹਾਲ ਹੋਈਏ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ। ਦਰਸ਼ਨ ਦੇਖ ਨਿਹਾਲ ਗੁਰ, ਦਰਸ਼ਨ ਦੇਖ ਨਿਹਾਲ, ਦਰਸ਼ਨ ਦੇਖ ਨਿਹਾਲ ਗੁਰ, ਦਰਸ਼ਨ ਦੇਖ ਨਿਹਾਲ। ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ। ਦਰਸ਼ਨ ਦੇਖ ਨਿਹਾਲ ਗੁਰ, ਦਰਸ਼ਨ ਦੇਖ ਨਿਹਾਲ, ਦਰਸ਼ਨ ਦੇਖ ਨਿਹਾਲ ਗੁਰ, ਦਰਸ਼ਨ ਦੇਖ ਨਿਹਾਲ। ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ। ਦਰਸ਼ਨ ਦੇਖ ਨਿਹਾਲ ਗੁਰ, ਦਰਸ਼ਨ ਦੇਖ ਨਿਹਾਲ, ਦਰਸ਼ਨ ਦੇਖ ਨਿਹਾਲ ਗੁਰ, ਦਰਸ਼ਨ ਦੇਖ ਨਿਹਾਲ। ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ, ਗੁਰ ਦਰਸ਼ਨ ਦੇਖ ਨਿਹਾਲ। ਧੰਨ ਸੋ ਵੇਲਾ ਜੇ ਦਰਸ਼ਨ ਕਰਨਾ, ਉਹੋ ਹੀ ਦਰਸ਼ਨ ਸਾਨੂੰ ਹੁਣ ਇਸ ਵੇਲੇ ਹੋ ਰਹੇ ਹਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ, Guru Nanak Dev is the greatest of the great, friend to all of creation, not just humanity, all of creation. Khatri, Brahman, Shud, Vash, ਉਪਦੇਸ਼ ਚੋ ਵਰਨਾ ਕੋ ਸਾਂਝਾ। ਗੁਰੂ ਨਾਨਕ ਸਾਹਿਬ ਜੀ ਹਨ ਜੋ ਸੱਚ ਮੁੱਚ ਸਾਂਝੇ ਨੇ ਸਾਰਿਆਂ ਦੇ। ਆਪਾਂ ਤਾਂ ਸਾਰੇ ਫੋਕੇ ਲਫ਼ਜ਼ ਵਰਤਦੇ ਨੇ ਵੀ ਕੋਈ ਬੈਰ ਨਹੀਂ, ਮਨ ਸਾਫ਼ ਹੋਵੇ ਜੀ। ਹਜੇ ਤੱਕ ਤਾਂ ਕਠਨ ਗੁਰਸਿੱਖਾਂ ਅਤੇ ਗੁਰੂ ਸਾਹਿਬਾਨਾਂ ਦੇ ਬਾਝੋਂ ਮਨ ਸਾਫ਼ ਤਾਂ ਦੇਖਿਆ ਨਹੀਂ ਕਿਸੇ ਦਾ। ਸੱਚ ਮੁੱਚ ਸਾਰਿਆਂ ਦੇ ਸਾਂਝੇ। ਅਤੇ ਗੁਰਬਾਣੀ ਦੱਸਦੀ ਹੈ, ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਗੁਰੂ ਸਾਹਿਬ ਨੂੰ ਤਾਂ ਪਰਮੇਸ਼ਰ ਵਾਹਿਗੁਰੂ ਨੂੰ ਇੱਕ ਸਮਝਣਾ ਹੈ, ਤਾਂ ਜੋ ਤਿਸ ਭਾਵੈ ਸੋ ਪ੍ਰਵਾਨ। ਆਪਾਂ ਗੁਰਸਿੱਖ ਬਣਦੇ ਹੋਏ ਜੋ ਗੁਰੂ ਮਹਾਰਾਜ ਜੀ ਦਾ ਹੁਕਮ ਹੈ, ਸੀਸ ਝੁਕਾ ਕੇ ਪ੍ਰਵਾਨ ਕਰਨਾ ਹੈ। ਕਿਉਂਕਿ ਗੁਰੂ ਸਾਹਿਬ ਵੀ ਅਕਾਲ ਪੁਰਖ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਆਪਣੀ ਦੁਨਿਆਵੀ ਜ਼ਿੰਦਗੀ ਬਤੀਤ ਕਰ ਗਏ। ਸਾਨੂੰ ਵੀ ਇਹੀ ਹੁਕਮ ਹੈ। ਮਹਾਰਾਜ ਜੀ ਦੱਸਦੇ, ਸਤਿਪੁਰਖ ਜਿਨ ਜਾਣਿਆ। ਸਤਿਪੁਰਖ ਦਾ ਅਰਥ ਹੈ ਜੋ ਅਟਲ ਪੁਰਖ, ਸਦਾ ਕਾਇਮ ਰਹਿਣ ਵਾਲਾ ਵਾਹਿਗੁਰੂ, ਅਕਾਲ ਪੁਰਖ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਫਿਰ ਅਸੀਂ ਕੀ ਕਰੀਏ ਸੱਚੇ ਪਾਤਸ਼ਾਹ? ਤਿਸ ਕੈ ਸੰਗ ਸਿੱਖ ਉਧਰੈ। ਕਿਵੇਂ? ਨਾਨਕ ਹਰ ਗੁਣ ਗਾਓ। ਮਹਾਰਾਜ ਜੀ ਸਾਨੂੰ ਹੌਂਸਲਾ ਬਖਸ਼ ਕੇ ਗਏ ਹੈ, ਦਿਲ ਨਹੀਂ ਛੱਡਣਾ। ਇਨ ਦ ਸੰਗਤ ਵੀ ਕੈਨ ਸਿੰਗ ਦ ਗੁਰਬਾਣੀ। ਮਹਾਰਾਜ ਜੀ ਕਹਿੰਦੇ ਤੁਸੀਂ ਆਪਣਾ ਵੀ ਆਧਾਰ ਹੋ ਸਕਦਾ। ਦਿਲ ਨਾ ਛੱਡੀਏ, ਸਾਡੇ ਗੁਰੂ ਬਹੁਤ ਹੀ ਵੱਡੇ ਨੇ। ਸਤਿਗੁਰ ਤਿਸ ਕਾ ਨਾਉ, ਸਤਿਪੁਰਖ ਜਿਨੇ ਜਾਣਿਆ। ਸਤਿਗੁਰ ਤਿਸ ਕਾ ਨਾਉ, ਸਤਿਪੁਰਖ ਜਿਨੇ ਜਾਣਿਆ। ਸਤਿਗੁਰ ਤਿਸ ਕਾ ਨਾਉ, ਸਤਿਪੁਰਖ ਜਿਨ ਜਾਣਿਆ। ਸਤਿਗੁਰ ਤਿਸ ਕਾ ਨਾਉ, ਸਤਿਪੁਰਖ ਜਿਨ ਜਾਣਿਆ। ਸਤਿਪੁਰਖ ਜਿਨੇ ਜਾਣਿਆ, ਸਤਿਪੁਰਖ ਜਿਨੇ ਜਾਣਿਆ। ਸਤਿਪੁਰਖ ਜਿਨ ਜਾਣਿਆ, ਸਤਿਪੁਰਖ ਜਿਨ ਜਾਣਿਆ।
ਸਤਿਪੁਰਖ ਜਿਨੇ ਜਾਣਿਆ, ਸਤਿਪੁਰਖ ਜਿਨੇ ਜਾਣਿਆ। ਪੁਰਖ ਜਿਨ ਜਾਣਿਆ, ਸਤਿਪੁਰਖ ਜਿਨ ਜਾਣਿਆ। ਸਤਿਗੁਰ ਤਿਸ ਕਾ ਨਾਮ, ਸਤਿਪੁਰਖ ਜਿਨੇ ਜਾਣਿਆ। ਸਤਿਗੁਰ ਤਿਸ ਕਾ ਨਾਮ, ਸਤਿਪੁਰਖ ਜਿਨੇ ਜਾਣਿਆ। ਸਤਿਗੁਰ ਤਿਸ ਕਾ ਨਾਮ, ਸਤਿਪੁਰਖ ਜਿਨ ਜਾਣਿਆ। ਸਤਿਗੁਰ ਤਿਸ ਕਾ ਨਾਮ, ਸਤਿਪੁਰਖ ਜਿਨੇ ਜਾਣਿਆ। ਹੌਂਸਲਾ ਰੱਖੀਏ, ਸਾਡੇ ਗੁਰੂ ਬਹੁਤ ਵੱਡੇ ਨੇ, ਸਭ ਤੋਂ ਵੱਡੇ ਸਤਿਗੁਰੂ। ਅਧੂਰੇ ਗੁਰੂ ਨਹੀਂ, ਪੂਰੇ ਗੁਰੂ। ਗੁਰਪੂਰੇ ਕੀ ਵਡਿਆਈ। ਹੋਰ ਕੀ ਮਹਾਰਾਜ ਜੀ ਦੱਸਦੇ ਗੁਰੂ ਬਾਰੇ? ਮਹਾਰਾਜ ਜੀ ਦੱਸਦੇ ਬਾਣੀ ਗੁਰੂ। ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਅਸੀਂ ਕੀ ਕਰੀਏ ਸੱਚੇ ਪਾਤਸ਼ਾਹ? ਮਹਾਰਾਜ ਜੀ ਕਹਿੰਦੇ ਗੁਰਬਾਣੀ ਕਹਿ ਸੇਵਕ ਜਨ ਮਾਨੈ। ਜੋ ਗੁਰਬਾਣੀ ਕਹਿੰਦੀ ਉਹ ਅਸੀਂ ਸਤ ਬਚਨ ਕਰਕੇ ਮੰਨਣਾ, ਆਪਣੀ ਅਕਲ ਨਹੀਂ ਕਰਨੀ ਵਿੱਚ। ਆਪਾਂ ਗੁਰੂ ਨਾਨਕ ਸਾਹਿਬ ਜੀ ਨਾਲ ਡਿਬੇਟ ਨਹੀਂ ਕਰਨੀ। We cannot debate with Guru Nanak Sahib Ji. We can discuss. At the end we fold our hands and say ਧੰਨ ਗੁਰੂ ਨਾਨਕ ਸਾਹਿਬ। ਫੇਰ ਸਾਡੇ ਸੱਚਮੁੱਚ ਮਿੱਤਰ ਬਣੂਗੇ, ਬਣਦੇ ਹੈ ਅਤੇ ਬਣੂਗੇ। ਫੇਰ ਕੀ ਹੁੰਦਾ? ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜਿਵੇਂ ਆਪਾਂ ਫੋਟੋ ਦੇਖੀ ਸੀ ਸੱਚੇ ਪਾਤਸ਼ਾਹ ਦੇ ਅਵਤਾਰ ਦੀ, ਪ੍ਰਕਾਸ਼ ਦੀ, ਸਾਰਾ ਪਰਿਵਾਰ ਦਰਸ਼ਨ ਕਰਦਾ। ਮਹਾਰਾਜ ਜੀ ਕਹਿੰਦੇ ਹੌਂਸਲਾ ਰੱਖੋ, ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਰਜ਼ਾ ਦੇ ਵਿੱਚ ਰਹਿ ਕੇ, ਗੁਰਮਤਿ ਧਾਰਨ ਕਰਕੇ ਸਾਨੂੰ ਵੀ ਪ੍ਰਤੱਖ ਗੁਰੂ ਦੇ ਦਰਸ਼ਨ ਹੁੰਦੇ ਹੈ ਅਤੇ ਹਮੇਸ਼ਾ ਹੀ ਹੋਊਗੇ। ਇਹ ਗੁਰਮਤਿ ਹੈ। ਅਸੀਂ ਹੋਰ ਕੀ ਕਰ ਸਕਦੇ ਸੱਚੇ ਪਾਤਸ਼ਾਹ? ਮਹਾਰਾਜ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ। I am a sacrifice to my true Guru 100 times a day. 100 times a day ਦਾ ਅਰਥ ਹੈ ਤਕਰੀਬਨ 15 ਮਿੰਟਾਂ ਤੋਂ ਬਾਅਦ ਇਹ ਕਹਿਣਾ, ਹੇ ਗੁਰੂ ਨਾਨਕ ਸਾਹਿਬ ਮਹਾਰਾਜ, ਤੂੰ ਤੂੰ ਸਭ ਤੇਰੀ ਵਡਿਆਈ। ਅੱਬਲ ਤੇ ਜਿਹੜੇ ਕਠਨ ਗੁਰ ਸਿੱਖ ਸਨ ਹੈ, ਉਹ ਸਾ ਸਿਮਰੋ ਗੋਬਿੰਦ। ਆਪਾਂ ਮਾਰਗ ਤੇ ਚੱਲੇ। ਮਹਾਰਾਜ ਜੀ ਕਹਿੰਦੇ ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿਹੜੇ ਇਸ ਇਨਸਾਨੀਅਤ ਗੁਣਾ ਤੋਂ ਗਿਰ ਗਏ, ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ। ਮੈਂ ਇੱਕ ਬੇਨਤੀ ਕਰਾਂ, ਦੇਵਤੇ ਦਾ ਅਰਥ ਇੱਥੇ ਨਹੀਂ ਵੀ ਜਿੱਦਾਂ ਆਪਾਂ ਦੇਵਤੇ ਪੂਜਦੇ ਹਾਂ। ਅੱਛੇ ਇਨਸਾਨੀਅਤ ਗੁਣ, ਐਂਜੈਲਿਕ ਕੁਆਲਿਟੀਜ਼। ਇਹ ਨਹੀਂ ਵੀ ਦੇਵਤੇ ਬਣਾ ਦੇਣੇ ਆ, ਦੇ ਗੁਣ ਅੱਛੇ ਹੋਣਗੇ ਸਤ ਸੰਗਤ ਵਿੱਚ ਆ ਕੇ। ਇਹ ਵੀ ਆਪਾਂ ਪੜ੍ਹ ਲਈਏ। ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ। ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ। ਬਲਿਹਾਰੀ ਗੁਰ ਆਪਣੇ, ਦਿਓਹਾੜੀ ਸਦਵਾਰ। ਸਦਵਾਰ। ਬੇਨਤੀ ਆਈ ਹੈ ਭਾਈ ਸਾਹਿਬ ਤੋਂ ਵੀ ਆਪਾਂ ਸਤਨਾਮ ਵਾਹਿਗੁਰੂ ਦਾ ਵੀ ਜਾਪ ਕਰਨਾ ਹੈ, ਬਿਲਕੁਲ ਕਰਨਾ ਹੈ। ਆਪਾਂ ਰਲ ਮਿਲ ਕੇ ਜੋ ਗੁਰ ਮੰਤਰ ਹੈ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੈਡਿੰਗ ਹੈ, ਹੈਡਿੰਗ ਇੱਕ ਓੰਕਾਰ ਸਤਨਾਮ, ਉਹਦਾ ਆਪਾਂ ਜਾਪ ਬਿਲਕੁਲ ਕਰਨਾ ਹੈ।
ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਨਾਨਕ ਤੇਰੀ ਵੱਡੀ ਕਮਾਈ, 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 ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਜੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਹਾਜ਼ਰੀ ਲਾਈਏ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ। ਇਹ ਸੱਚੇ ਪਾਤਸ਼ਾਹ, ਵਿਦਵਾਨ ਹਾਰ ਗਏ, ਸਿੱਧ ਹਾਰ ਗਏ, ਹੁਣ ਸੱਚੇ ਪਾਤਸ਼ਾਹ ਮੱਕਾ ਗਏ। ਭਾਈ ਗੁਰਦਾਸ ਜੀ ਮੱਕਾ ਦਾ ਵੇਰਵਾ ਵੀ ਦੱਸਦੇ ਨੇ ਬੜੇ ਵਿਸਤਾਰ ਦੇ ਨਾਲ। When Guru Nanak Sahib Ji went to Mecca, because when somebody is big, everybody at first thinks that they're bigger than him and they try to debate them. But our Guru Nanak Sahib Ji wasn't afraid of debate because they're the greatest of the great, but they did it with humility. ਨਿਰਾ ਪਿਆਰ ਦੇ ਨਾਲ ਸਮਝਾਇਆ। ਸਾਡੇ ਵਰਗਾ ਹੁੰਦਾ ਆਕੜ ਦੇ ਵਿੱਚ ਆਉਣਾ ਸੀ ਸਮਝਾਉਣ ਨੂੰ, ਅੱਬਲ ਤੇ ਤਾਂ ਕੁਝ ਪਤਾ ਹੀ ਨਹੀਂ, ਸਮਝਾਉਣਾ ਕੀ। ਗੁਰੂ ਨਾਨਕ ਸਾਹਿਬ ਜੀ ਦੀ ਧੀਰਜ, ਗੁਰੂ ਨਾਨਕ ਸਾਹਿਬ ਜੀ ਦੀ ਸ਼ਾਂਤੀ, ਗੁਰੂ ਨਾਨਕ ਸਾਹਿਬ ਜੀ ਦਾ ਗਿਆਨ ਕੌਣ ਮੁਕਾਬਲਾ ਕਰ ਸਕਦਾ। ਭਾਈ ਗੁਰਦਾਸ ਜੀ ਦੱਸਦੇ ਨੇ, ਪੁੱਛਣ ਗੱਲ ਈਮਾਨ ਦੀ। ਈਮਾਨ ਦਾ ਅਰਥ ਹੈ ਮਜ਼ਹਬ, ਰਿਲੀਜਨ। The mullahs and the qazis wanted to debate religion with Guru Nanak Sahib Ji. Qazi, mullah ਇਕੱਠੇ ਹੋਏ, they all got together and said, okay, we'll debate with you. ਵੱਡੀ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਇਹਦਾ ਅਰਥ ਹੈ ਵੀ ਇੱਕ ਸੱਚੇ ਪਾਤਸ਼ਾਹ ਅੱਲਾ ਵਾਹਿਗੁਰੂ ਨੇ, ਕਿਉਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਲਫ਼ਜ਼ ਆਉਂਦੇ ਨੇ। ਇੱਕ ਮੈਂ ਬੇਨਤੀ ਕਰਾਂ ਛੋਟੀ ਜਿਹੀ, ਬਾਕੀ ਦੇ ਸਾਰੇ ਲਫ਼ਜ਼ ਜਿਵੇਂ ਰਾਮ ਹੋਇਆ, ਉਹਦਾ ਅਰਥ ਹੈ ਰਮਿਆ ਹੋਇਆ ਸਾਰੀਆਂ ਚੀਜ਼ਾਂ 'ਚ। ਨਾਰਾਇਣ ਨਰਾਂ ਨਾਰੀਆਂ ਦੇ ਵਿੱਚ, ਸਾਰਿਆਂ ਦੇ ਵਿੱਚ। ਗੋਪਾਲ ਧਰਤੀ ਦਾ ਪਾਲਣ ਵਾਲਾ, ਗੋਪਾਲ ਨਰਪਤ। ਪਰਮੇਸ਼ਰ ਪਰੋ ਤੋਂ ਪਰੇ ਵੱਡਾ ਮਹੇਸ਼ਰ, ਪਰਮੇਸ਼ਰ ਸ਼ਿਵ ਜੀ ਨਹੀਂ, ਪਰੇ ਤੋਂ ਪਰੇ। ਪਰ ਜਿਹੜਾ ਸਾਡਾ ਗੁਰਮੰਤਰ ਹੈ ਵਾਹਿਗੁਰੂ, ਇਹ ਹੈ ਸਿਫਤੀ ਮੰਤਰ। Our mantra Vaheguru is, hey, we do not know your greatness, we just say ਵਾਹ ਵਾਹ। ਅਸੀਂ ਹਾਰ ਜੰਨੇ ਹੈ, ਹੇ ਗੁਰੂ ਤੇਰੀਆਂ ਤੂੰ ਹੀ ਜਾਣਦਾ ਹਾਂ। ਸਾਡਾ ਗੁਰਮੰਤਰ ਸਿਫਤੀ ਨਾਮ ਹੈ। ਮੁੱਲਾ ਨਕਾਜ਼ੀਆਂ ਨੇ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ ਵੀ ਅੱਲੇ ਨੇ ਬਹੁਤ ਵੱਡੀ ਕੁਦਰਤ ਰਚਾਈ ਹੈ, ਵੱਡੀ ਸਾਂਗ ਵਰਤਾਇਆ, ਲੱਖ ਨਾ ਸਕੇ ਕੁਦਰਤ ਕੋਈ। ਫਿਰ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੂੰ, ਪੁੱਛਣ ਫੋਲ ਕਿਤਾਬ ਨੂੰ। ਭਾਈ ਗੁਰਦਾਸ ਜੀ ਲਿਖਦੇ ਨੇ, ਸ਼ਾਇਦ ਫੋਟੋ ਦੇ ਵਿੱਚ ਵੀ ਹੋਵੇ, ਵੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪੋਥੀ ਕਿਤਾਬ ਸਾਦੇ ਹੈ। ਗੁਰੂ ਭਾਈ ਗੁਰਦਾਸ ਜੀ ਆਪਣੇ ਬਾਂਹ ਦੇ ਥੱਲੇ ਐਵੇਂ ਫੜਦੇ ਸੀ ਜਿੱਥੇ ਸ਼ਬਦ ਲਿਖਦੇ ਸਨ। ਉਹ ਕਾਜ਼ੀ ਮੁੱਲਾ ਫੋਲ ਕੇ ਪੁੱਛਣ ਗੁਰੂ ਨਾਨਕ ਸਾਹਿਬ ਜੀ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ? ਹੂਜ਼ ਬਿਗਰ, ਇਹ ਹਿੰਦੂ ਉਹ ਮੁਸਲਮਾਨ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੱਸ ਕੇ ਕਹਿੰਦੇ, ਬਾਬਾ ਆਖੇ ਹਾਜੀਆਂ, ਬਾਬਾ ਸੈਡ ਟੂ ਦ ਹਾਜੀਜ਼, ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਇਹਦੀ ਆਪਾਂ ਗੌਰ ਦੇ ਨਾਲ ਵਿਚਾਰ ਕਰਨੀ ਹੈ, ਅਮਲਾ ਬਾਜੋ। ਕਿਉਂਕਿ ਮਹਾਰਾਜ ਜੀ ਕਹਿੰਦੇ ਹੈ, ਗੁਰੂ ਮਹਾਰਾਜ ਜੀ ਕੋਈ ਜਾਤ ਮਜ਼ਹਬ ਦੇ ਬਰਖਲਾਫ ਨਹੀਂ ਸੀ, ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਨ, ਜੇ ਤੁਸੀਂ ਮੁਸਲਮਾਨ ਅਖਾਉਂਦੇ ਨੇ ਫਿਰ ਦਿਲ ਮੋਮ ਹੋਵੇ, ਜੇ ਤੁਸੀਂ ਹਿੰਦੂ ਅਖਾਉਂਦੇ ਨੇ ਦਇਆ ਧੀਰਜ ਹੋਵੇ।
ਅਖਵਾਉਣ ਦੇ ਨਾਲ ਨਹੀਂ ਕੁਝ ਬਣਨਾ। ਜੇ ਆਪਾਂ ਗੁਰਸਿੱਖ ਕਹਾਉਂਦੇ ਨੇ ਫਿਰ ਗੁਰੂ ਦਾ ਹੁਕਮ ਮੰਨੀਏ। ਜਦ ਆਪਾਂ ਕਹਿੰਦੇ ਹਾਂ ਗੁਰੂ ਮਾਨਿਓ ਗ੍ਰੰਥ, ਇਹਦਾ ਅਰਥ ਇਹ ਨਹੀਂ ਵੀ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਹੈ ਤਾਂ ਵੈਸੇ ਹੀ ਹੈ। ਇਹਦਾ ਅਰਥ ਇਹ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਹ ਮੰਨਣਾ ਹੈ। ਗੁਰੂ ਨਾਨਕ ਸਾਹਿਬ ਜੀ ਕਿਸੇ ਜਾਤ ਮਜ਼ਹਬ ਤੋਂ ਬਰਖਲਾਫ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਸਹੀ ਹੈ ਜੋ ਸਾਰਿਆਂ ਦੇ ਸੱਚਮੁੱਚ ਸਾਂਝੇ। ਦੇਹੀ ਜਾਤ ਨਾ ਆਗੇ ਜਾਏ, ਜਿੱਥੇ ਲੇਖਾ ਮੰਗੀਏ ਥਿੱਤੈ ਛੁੱਟੈ ਸੱਚ ਕਮਾਏ। ਜੇ ਸੱਚ ਦੀ ਕਮਾਈ ਹੋਵੇ, ਅਮਲ ਹੋਵੇ, ਅਖਵਾਉਣ ਦੇ ਨਾਲ ਨਹੀਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕੁਛ ਬਣਨਾ। ਹਾਜ਼ੀਆਂ ਨੂੰ ਗੁਰੂ ਨਾਨਕ ਸਾਹਿਬ ਜੀ ਆ ਸੰਬੋਧਨ ਕਰਕੇ ਬਚਨ ਕਰਦੇ ਨੇ। ਬਿਨਾਂ ਅਮਲਾਂ ਤੋਂ ਦੋਵੇਂ ਦੇਖੇ ਰੋਂਦੇ, ਬਾਬਾ ਆਖੇ ਹਾਜ਼ੀਆਂ ਨੂੰ। ਬਿਨਾਂ ਅਮਲਾਂ ਤੋਂ ਦੋਵੇਂ ਦੇਖੇ ਰੋਂਦੇ, ਬਾਬਾ ਆਖੇ ਹਾਜ਼ੀਆਂ ਨੂੰ। ਵਾਹਿਗੁਰੂ 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 ਬਾਬਾ ਆਖੇ ਹਾਜ਼ੀਆਂ ਨੂੰ। ਬਿਨਾਂ ਅਮਲਾਂ ਤੋਂ ਦੋਵੇਂ ਦੇਖੇ ਰੋਂਦੇ, ਬਾਬਾ ਆਖੇ ਹਾਜ਼ੀਆਂ ਨੂੰ। ਬਿਨਾਂ ਅਮਲਾਂ ਤੋਂ ਦੋਵੇਂ ਦੇਖੇ ਰੋਂਦੇ, ਬਾਬਾ ਆਖੇ ਹਾਜ਼ੀਆਂ ਨੂੰ। ਹਾਜ਼ੀਆਂ ਨੂੰ। ਇਹ ਸਾਡੇ ਲਈ ਬਚਨ ਹੈ। ਇਹ ਨਾ ਸਮਝੀਏ ਵੀ ਸੱਜਣ ਠੱਗ ਦੇ ਨਾਲ ਬਚਨ ਹੋਏ, ਭੂਮੀਆਂ ਚੋਰ ਦੇ ਨਾਲ ਹੋਏ। ਜਦ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਸਜਿਦ ਵਿੱਚ ਗਏ ਸੀ ਨਵਾਬ ਖਾਨਾ ਤਾਂ ਕਾਜ਼ੀ ਦੇ ਨਾਲ, ਇਹ ਉਹ ਬਚਨ ਨਹੀਂ ਉਹਨਾਂ ਲਈ ਵੀ ਤੁਸੀਂ ਹਾਜ਼ਰੀ ਦੇ ਵਿੱਚ ਨਹੀਂ ਪਾਠ ਨਮਾਜ਼ ਪੜ੍ਹੀ। ਇਹ ਸਾਡੇ ਲਈ ਹੈ ਵੀ ਅਸੀਂ ਵੀ ਹਾਜ਼ਰੀ ਦੇ ਵਿੱਚ ਪਾਠ ਪੜ੍ਹਦੇ ਹਾਂ ਕਿ ਨਹੀਂ। ਅਸੀਂ ਵੀ ਹਾਜ਼ਰੀ ਦੇ ਵਿੱਚ ਅਰਦਾਸ ਕਰਦੇ ਹੈ ਕਿ ਨਹੀਂ। ਅਸੀਂ ਵੀ ਕਾਬਲ ਘੁੰਮਦੇ ਹੈ ਘੋੜੇ ਖਰੀਦਣ ਨੂੰ ਕਿ ਨਹੀਂ। ਅਸੀਂ ਵੀ ਸੋਚਦੇ ਹਾਂ ਵੀ ਕਿਹੜਾ ਟੈਲੀਵਿਜ਼ਨ 'ਤੇ ਪ੍ਰੋਗਰਾਮ 8 ਵਜੇ ਆਉਣਾ ਕਿ ਨਹੀਂ। ਇਹ ਸਾਡੇ ਲਈ ਬਚਨ ਨੇ। ਜੋ ਮਹਾਰਾਜ ਜੀ ਨੇ ਹਾਜੀਆਂ ਨੂੰ ਆਖਿਆ ਉਹ ਸਾਡੇ ਲਈ ਵੀ ਢੁੱਕਦੇ ਨੇ ਬਚਨ। ਮਹਾਰਾਜ ਜੀ ਸੇਜ਼ ਬਾਈ calling yourself a Sikh, by calling yourself a Muslim, by calling yourself a Hindu, doesn't matter unless you do what the religion tells you to do. ਮਜ਼ਹਬ ਤੇ ਬਰਖਲਾਫ ਨਹੀਂ ਸਨ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ। ਕਹਿੰਦੇ ਚਲੋ ਅਸੀਂ ਨਮਾਜ਼ ਪੜ੍ਹਦੇ ਨੇ, ਤੁਸੀਂ ਵੀ ਨਮਾਜ਼ ਪੜ੍ਹੋ। ਜੇ ਤੁਸੀਂ ਆਪ ਨਹੀਂ ਪੜ੍ਹਦੇ ਅਸੀਂ ਕਾਹਦੀ ਨਮਾਜ਼ ਪੜ੍ਹੀਏ। ਇਹ ਹੈ ਸਾਡੇ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ। ਹੁਣ ਆਪਾਂ ਅਮਲਾਂ 'ਤੇ ਆਈਏ ਵੀ ਅਸੀਂ ਕੀ ਕਰੀਏ ਸੱਚੇ ਪਾਤਸ਼ਾਹ। ਪਹਿਲੀ ਗੱਲ ਜੋ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ, ਗੁਰੂ ਮਾਨਿਓ ਗ੍ਰੰਥ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੰਨਣ ਦਾ ਯਤਨ ਕਰੀਏ। ਜੇਕਰ ਨਹੀਂ ਮਨ ਹੁੰਦਾ ਅਰਦਾਸ ਕਰੀਏ ਸੱਚੇ ਪਾਤਸ਼ਾਹ ਮੇਰੇ ਵਰਗੇ 'ਤੇ ਵੀ ਕਿਰਪਾ ਕਰ, ਮੈਂ ਵੀ ਆਪ ਜੀ ਦਾ ਬਚਨ ਮੰਨਾਂ। ਮੈਨੂੰ ਵੀ ਗੁਰੂ ਨਾਨਕ ਸਾਹਿਬ ਜੀ ਪਿਆਰੇ ਲੱਗਦੇ ਨੇ ਪਰ ਮੈਂ ਵੀ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਮੰਨਾਂ। ਕੀ ਗੁਰੂ ਨਾਨਕ ਸਾਹਿਬ ਜੀ ਸਾਨੂੰ ਦੱਸਦੇ ਨੇ? ਸਾਰੀ ਹੀ ਦੱਸਦੇ ਨੇ ਇੱਕ ਓਅੰਕਾਰ। ਇਹਦਾ ਅਰਥ ਵਿਦਵਾਨ ਕਰਦੇ ਨੇ ਵਾਹਿਗੁਰੂ ਇੱਕ ਹੈ। ਇਹਦਾ ਅਰਥ ਇਹ ਹੈ ਵੀ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਇੱਕ ਓਅੰਕਾਰ ਮੀਨਸ ਟੋਟੈਲਿਟੀ, ਕੰਪਲੀਟਨੈਸ।
ਤੁਸੀਂ ਸਾਰੀ ਸੰਗਤ ਬੈਠੇ ਨੇ ਅੱਡ ਅੱਡ ਲੋਕ, ਪਰ ਸੰਗਤ ਤਾਂ ਇੱਕ ਹੈ। ਵੋਸਲ ਦੇ ਵਿੱਚ ਕਿੰਨੇ ਜੀਵ ਹਨ, ਪਰ ਵੋਸਲ ਤਾਂ ਇੱਕ ਹੈ। ਯੂਕੇ ਦੇ ਵਿੱਚ ਕਿੰਨੇ ਲੋਕ ਹੈ, ਯੂਕੇ ਇੱਕ ਹੈ। ਇੱਦਾਂ ਕਰੀ ਚੱਲੋ ਧਰਤੀ, ਪਰ ਮਹਾ ਆਕਾਸ਼ ਜਿਹੜੇ ਲੋਕ ਕਹਿੰਦੇ ਹੈ ਵੀ ਬਹੁਤ ਹੀ ਵੰਡ ਖ੍ਰਹਿਮੰਡ ਬ੍ਰਹਿਮੰਡ ਹੈ, ਪਰ ਉਹ ਇੱਕ ਪਰਮੇਸ਼ਰ ਦੇ ਛਤਰੀ ਦੇ ਅਧੀਨ ਨੇ। ਇੱਕ ਓਂਕਾਰ ਦਾ ਹੈ ਅਰਥ ਹੈ ਸਭ ਕੁਝ, 100% ਪੂਰਾ ਸੱਤ। ਇਹ ਹੈ ਇੱਕ ਓਂਕਾਰ। ਮਹਾਰਾਜ ਜੀ ਕਹਿੰਦੇ ਆਪੇ ਪੱਟੀ ਕਲਮ ਆਪ, ਉੱਪਰ ਲੇਖ ਵੀ ਤੂੰ। ਏਕੋ ਕਹੀਏ ਹੈ ਨਾਨਕਾ, ਦੂਜਾ ਕਾਹੇ ਕੂ। ਇਹ ਹੈ ਇੱਕ ਓਂਕਾਰ ਦਾ ਅਰਥ। ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ। ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ। ਦੂਜਾ ਕਾਹੇ ਕੂ, ਦੂਜਾ ਕਾਹੇ ਕੂ। ਏਕੋ ਕਹੀਏ ਨਾਨਕਾ, ਏਕੋ ਕਹੀਏ ਨਾਨਕਾ। ਕਹੀਏ ਨਾਨਕਾ। ਮਹਾਰਾਜ ਜੀ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਜੀ ਤੇ ਗ੍ਰੰਥੀ ਸਿੰਘਾਂ ਤੋਂ ਸਿੱਖਿਆ ਕਰੀਏ। ਪਾਠ, ਸਾਂਥਿਆ, ਕੀਰਤਨ, ਤਬਲਾ ਕੁਛ ਗ੍ਰਹਿਣ ਕਰੀਏ ਗੁਰੂ ਘਰ ਦੇ ਵਿੱਚ ਆ ਕੇ। ਬਾਰ-ਬਾਰ ਸ਼ਬਦ ਆਉਂਦੇ ਨੇ, ਇੱਕ, ਅਵਰ ਨਾ ਕੋਏ, ਦੂਜਾ ਨਹੀਂ ਕੋਈ, ਆਪੇ ਹੀ ਆਪ। ਇਹਦਾ ਅਰਥ ਹੈ ਸਿਰਫ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਕਾਰਨ ਕਾਰਨ ਪ੍ਰਭ ਏਕ ਹੈ। ਕਾਰਨ ਦਾ ਅਰਥ ਹੈ ਰਚਨਾ ਕਰਨ ਵਾਲਾ। ਰਚਨਾ ਤਾਂ ਕਾਰਨ, ਕਰਤਾ ਪੁਰਖ। ਕਾਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਫਿਰ ਅਸੀਂ ਕੀ ਕਰੀਏ ਸੱਚੇ ਪਾਤਸ਼ਾਹ? ਇਹ ਤਾਂ ਬਹੁਤ ਵੱਡੇ ਗਿਆਨ ਦੀ ਗੱਲ ਹੈ। ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਬਲਹਾਰ ਜਾਓ। ਨਾਨਕ ਤਿਸ ਬਲਹਾਰ ਨੇ, ਜਲ ਥਲ ਮਹੀਲ ਸੋਏ। ਜਲ ਥਲ ਮਹੀਲ, ਮਹੀਲ ਦਾ ਅਰਥ ਹੈ ਸਾਰੀ ਸਪੇਸ ਇਨ ਆਲ ਆਫ ਕ੍ਰੀਏਸ਼ਨ। ਸਾਰੇ ਪਾਣੀ ਦੇ ਵਿੱਚ, ਸਾਰੀ ਧਰਤੀ ਦੇ ਵਿੱਚ, ਸਾਰੇ ਆਕਾਸ਼ਾਂ ਦੇ ਵਿੱਚ ਇੱਕ ਵਾਹਿਗੁਰੂ। ਇਹ ਹੈ ਇੱਕ ਓਂਕਾਰ ਦਾ ਅਰਥ। ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਫਸਰਿਆ, ਦੂਜਾ ਕਹਿ ਦ੍ਰਿਸ਼ਟਾਰ। ਇਹ ਹੈ ਇੱਕ ਓਂਕਾਰ। ਮਹਾਰਾਜ ਜੀ ਕਹਿੰਦੇ ਆਦ ਮਦ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਮਹਾਰਾਜ ਜੀ ਕਹਿੰਦੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਜੇ ਹੁਣ ਮੇਰੇ ਵਰਗਾ ਕਵੇ ਵੀ ਵਾਹਿਗੁਰੂ ਮੇਰੇ ਇਸ ਬੰਦੇ ਨਾਲ ਵੈਰ ਹੈ, ਮਹਾਰਾਜ ਜੀ ਕਹਿੰਦੇ ਉਹ ਤਾਂ ਨਿਰਵੈਰ ਹੈ, ਉਹ ਤਾਂ ਨਿਰਭਉ ਹੈ। ਵਿਨ ਗੁਣ ਕੀਤੇ ਭਗਤ ਨਾ ਹੋਏ। ਉਹ ਕਿਉਂ ਨਿਰਵੈਰ ਹੈ? ਕਿਉਂਕਿ ਇੱਕ ਹੈ। ਵੈਰ ਤਾਂ ਦੂਜੇ ਨਾਲ ਹੁੰਦਾ। ਕਿਉਂ ਅਡਰ ਹੈ? ਕਿਉਂ ਨਿਰਭੈ ਹੈ? ਕਿਉਂ? ਇੱਕ ਹੈ। ਡਰ ਤਾਂ ਦੂਜੇ ਤੋਂ ਹੁੰਦਾ। ਜਦ ਦੂਜਾ ਹੈ ਹੀ ਨਹੀਂ, ਕਿਹਤੋਂ ਡਰਨਾ ਤਾਂ ਕਿਹਦੇ ਨਾਲ ਵੈਰ ਕਰਨਾ? ਗੁਰੂ ਨਾਨਕ ਸਾਹਿਬ ਜੀ ਕਹਿੰਦਾ। ਸੱਚੇ ਪਾਤਸ਼ਾਹ ਕਹਿੰਦੇ ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਹ ਆਪਾਂ ਪੜ੍ਹ ਵੀ ਲਈਏ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ। ਕੁਦਰਤ ਕੇ ਸਭ ਬੰਦੇ, ਕੁਦਰਤ ਕੇ ਸਭ ਬੰਦੇ।
अव्वल अल्लाह नूर उपाय कुदरत के सब बंदे, अव्वल अल्लाह नूर उपाय कुदरत के सब बंदे। ਮਹਾਰਾਜ ਜੀ ਕਹਿੰਦੇ ਉਹ ਮੁੱਢ ਤੋਂ ਵੀ ਸੱਚ ਹੈ, ਆਦ ਮੱਧ ਅੰਤ ਪ੍ਰਭ ਸੋਈ, ਨਾਨਕ ਤਿਸ ਬਿਨ ਅਵਰ ਨਾ ਕੋਈ। ਕਿਉਂਕਿ ਜਪਜੀ ਸਾਹਿਬ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਿਚੋੜ ਹੈ, ਸਮਰੀ। ਜਪਜੀ ਸਾਹਿਬ ਇਜ਼ ਐਨ ਐਗਜ਼ੈਕਟਿਵ ਸਮਰੀ ਆਫ ਦ ਗੁਰੂ ਗ੍ਰੰਥ ਸਾਹਿਬ, ਐਂਡ ਦ ਪਹਿਲੀ ਪੌੜੀ ਇਜ਼ ਐਨ ਐਗਜ਼ੈਕਟਿਵ ਸਮਰੀ ਆਫ ਦ ਜਪਜੀ ਸਾਹਿਬ, ਐਂਡ ਇੱਕ ਓਂਕਾਰ ਸਤਨਾਮ ਇਜ਼ ਐਨ ਐਗਜ਼ੈਕਟਿਵ ਸਮਰੀ ਆਫ ਐਵਰੀਥਿੰਗ। ਇੱਕ ਓਂਕਾਰ ਸਤਨਾਮ, ਇਹ ਹੈ ਗੁਰੂ ਨਾਨਕ ਸਾਹਿਬ ਜੀ ਦੀ ਮੱਤ। ਫਿਰ ਮਹਾਰਾਜ ਜੀ ਕਹਿੰਦੇ ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਸੋਚੈ ਦਾ ਅਰਥ ਹੈ ਪਵਿੱਤਰਤਾ। ਇੱਥੇ ਮਹਾਰਾਜ ਜੀ ਦਿਮਾਗ ਦੀ ਸੋਚਣ ਦੀ ਗੱਲ ਨਹੀਂ ਕਰਦੇ। ਮਹਾਰਾਜ ਜੀ ਕਹਿੰਦੇ ਪਵਿੱਤਰਤਾ ਇਸ਼ਨਾਨ ਵਗੈਰਾ ਤੀਰਥਾਂ 'ਤੇ ਜਾ ਕੇ ਨਹੀਂ ਹੋਣੀ, ਭਾਵੇਂ ਲੱਖ ਵਾਰ ਕਰ ਲਓ। ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਿਹਾ ਲਿਵਤਾਰ। ਮੇਰੇ ਵਰਗਾ ਬਗਲ ਸਮਾਧ ਲਾ ਕੇ ਅੱਖਾਂ ਮੀਟ ਕੇ ਬਹਿ ਜਾਵੇ, ਅੰਦਰਲੀ ਤਾਂ ਚੁੱਪ ਹੋਈ ਨਹੀਂ, ਖਬਰਿਆ ਕੀ ਸੋਚਦਾ। ਮਹਾਰਾਜ ਜੀ ਕਹਿੰਦੇ ਅੰਦਰਲੀ ਚੁੱਪ ਸ਼ਾਂਤੀ ਠੰਡ। ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੂਰੀਆਂ ਭਾਰ। ਸਾਰੇ ਸੰਸਾਰ ਦੇ ਪਦਾਰਥ ਇੱਕ ਪੰਡ ਦੇ ਨਾਲ ਬੰਨ੍ਹ ਕੇ ਰੱਖ ਲਾ, ਫੇਰ ਵੀ ਤ੍ਰਿਸ਼ਨਾ ਨਹੀਂ ਬੁੱਝੂਗੀ। ਸਹਿਸ ਸਿਆਣਪਾ ਲੱਖ ਹੋਏ, ਸਹਿਸ ਸਿਆਣਪਾ ਲੱਖ ਹੋਏ। ਸਹਿਸ ਦਾ ਅਰਥ ਹੈ ਹਜ਼ਾਰ, ਲੱਖ ਦਾ ਅਰਥ ਹੈ ਲੱਖ। ਮਹਾਰਾਜ ਜੀ ਕਹਿੰਦੇ ਕਈ ਕਰੋੜ ਸਿਆਣਪਾ ਲੱਖ ਲਓ, ਇੱਕ ਦਾ ਕੋਈ ਅਰਥ ਨਹੀਂ। ਇੱਕ ਨਾ ਚੱਲੇ ਨਾਲ ਤਾਂ ਇੱਕ ਨਾ ਚੱਲੇ ਨਾਲ। ਫਿਰ ਸੱਚੇ ਪਾਤਸ਼ਾਹ ਕਰੀਏ ਕੀ, ਇਹ ਤਾਂ ਬਹੁਤ ਵੱਡੀਆਂ ਗਿਆਨ ਦੀਆਂ ਗੱਲਾਂ। ਮਹਾਰਾਜ ਜੀ ਕਹਿੰਦੇ ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਮਹਾਰਾਜ ਜੀ ਸਾਡੇ ਭਲੇ ਲਈ ਫਿਰ ਬਚਨ ਕਰਦੇ ਨੇ, ਘਬਰਾਉਣਾ ਨਹੀਂ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੇ ਰਜ਼ਾਈ ਚਲਾਉਣ ਵਾਲਾ, ਰਜ਼ਾ ਦਾ ਚਲਾਉਣ ਵਾਲਾ ਅਕਾਲ ਪੁਰਖ, ਤੇਰੇ ਹੁਕਮ ਦੇ ਥੱਲੇ ਹੋਈਏ, ਅਧੀਨ ਹੋਈਏ। ਸਰੈਂਡਰ ਯੋਰਸੈਲਫ ਟੂ ਦ ਹੁਕਮ। ਕਿਉਂਕਿ ਗੁਰ ਪਰਮੇਸ਼ਰ ਏਕੋ ਜਾਣ। ਸਾਡੇ ਲਈ ਗੁਰੂ ਦਾ ਫਰਮਾਨ ਪਰਮੇਸ਼ਰ ਦਾ ਫਰਮਾਨ ਹੀ ਹੈ, ਗੁਰੂ ਦਾ ਹੁਕਮ ਪਰਮੇਸ਼ਰ ਦੀ ਹੀ ਰਜ਼ਾ ਹੈ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੈ ਪਾਲ। ਕੋਈ ਔਖੀ ਗੱਲ ਨਹੀਂ। ਮਹਾਰਾਜ ਜੀ ਕਹਿੰਦੇ ਗੁਰਮਤਿ ਧਾਰਨ ਕਰ ਲਓ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਇਹ ਉਹੀ ਬਚਨ ਹੈ ਜੋ ਗੁਰੂ ਮਹਾਰਾਜ ਜੀ ਮੱਕੇ ਕਰਦੇ ਸਨ ਕਾਜ਼ੀ ਮੁੱਲਿਆਂ ਦੇ ਨਾਲ। ਬਈ ਅਮਲਾ ਤੋਂ ਬਿਨਾਂ ਸਾਰੇ ਰੋਂਦੇ ਨੇ, ਆਪਾਂ ਵਾਂਝੇ ਨਾ ਰਹਿ ਜਾਈਏ। ਸਾਨੂੰ ਪ੍ਰਬੰਧਕਾਂ ਨੇ ਬਹੁਤ ਹੀ ਸੁੰਦਰ ਅਸਥਾਨ ਬਣਾਇਆ ਹੈ ਸੰਗਤ ਦੇ ਸਹਿਯੋਗ ਦੇ ਨਾਲ। ਪ੍ਰਬੰਧ ਵੀ ਬਹੁਤ ਅੱਛਾ ਹੈ, ਸੂਝਵਾਨ ਗਿਆਨੀ ਨੇ। ਸੰਗਤ ਵੀ ਸਾਨੂੰ ਨਸੀਬ ਹੈ। ਆਪਾਂ ਵਾਂਝੇ ਨਾ ਰਹੀਏ, ਗੁਰਮਤਿ ਧਾਰਨ ਕਰੀਏ। ਸਾਡਾ ਵੀ ਯਤਨ ਹੈ, ਅਸੀਂ ਕਾਮਯਾਬ ਨਹੀਂ। ਇਹ ਉਮਰ ਦੀ ਸਫ਼ਰ ਹੈ, ਪਰ ਕਰੀਏ ਤਾਂ ਕੁਛ। ਆਪਾਂ ਰੋਜ਼ ਪੜ੍ਹਦੇ ਨੇ, ਪੜ੍ਹ ਕੇ ਛੱਡ ਦਿੰਦੇ ਹੈ। ਜੇ ਆਪਾਂ ਸੱਚ ਹੋਣੇ ਚਾਹੁੰਦੇ ਵੀ ਹਾਂ, ਕੂੜ ਦੀ ਕੰਧ ਢਾਉਣੀ ਵੀ ਚਾਹੇ, ਕਿਵ ਸਚਿਆਰਾ ਹੋਈਏ, ਕਿਵ ਕੂੜੈ ਟੁੱਟੇ ਪਾਲ। ਗੁਰੂ ਨਾਨਕ ਸਾਹਿਬ ਜੀ ਸਾਡੇ ਭਲੇ ਲਈ ਬਹੁਤ ਹੀ ਸਖਾਲਾ ਮਾਰਗ ਦੱਸ ਦਿੱਤਾ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਗੁਰਮਤਿ ਧਾਰਨ ਕਰ ਲਈਏ। ਥੋੜ੍ਹੇ ਜਿਹੇ ਵਿਸਤਾਰ ਨਾਲ ਵਿਚਾਰ ਕਰੀਏ। ਜਲ ਧੋਵੇ ਬਹੁ ਦੇਹ ਨੀਤ, ਸ਼ੁੱਧ ਕਹਾਂ ਹੋਏ ਕਾਛੀ ਪੀਤ। ਇਹ ਹੈ ਸੋਚੈ ਸੋਚ ਨਾ ਹੋਵੇ। ਨਹਾਈ ਜਾਓ, ਨਹਾਈ ਜਾਓ, ਤੀਰਥਾਂ 'ਤੇ ਜਾਈ ਜਾਓ, ਜਾਈ ਜਾਓ। ਮਹਾਰਾਜ ਜੀ ਕਹਿੰਦੇ ਪਵਿੱਤਰਤਾ ਨਹੀਂ ਆਉਂਦੀ। ਮਹਾਰਾਜ ਜੀ ਕਹਿੰਦੇ ਕਾਇਆ ਸੋਚ ਨਾ ਪਾਈਐ, ਬਿਨ ਹਰ ਭਗਤ ਪਿਆਰ। ਹੁਣ ਆਪਾਂ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਦੇ ਨਿਮਿਤ ਇੱਥੇ ਬੈਠੇ ਨੇ। ਵੀ ਹੇ ਗੁਰੂ ਨਾਨਕ ਸਾਹਿਬ ਜੀ, ਹੇ ਵੱਡੇ ਪੁਰਖ, ਹੇ ਸਭ ਤੋਂ ਵੱਡੇ ਗੁਰੂ ਨਾਨਕ ਸਾਹਿਬ ਜੀ, ਆਪ ਜੀ ਦਾ ਅਵਤਾਰ ਪੁਰਬ ਹੈ। ਪਰ ਮਹਾਰਾਜ ਜੀ ਕਹਿੰਦੇ ਕਾਇਆ ਸੋਚ ਨਾ ਪਾਈਏ, ਬਿਨ ਹਰ ਭਗਤ ਪਿਆਰ। ਇਹ ਤਾਂ ਠੀਕ ਹੈ, ਪਰ ਦੂਸਰਾ ਹੁਕਮ ਨਾਨਕ ਨਾਮ ਨਾ ਵਿਸਰੈ। ਕਿੱਦਾਂ ਨਹੀਂ ਵਿਸਰੂਗਾ ਸੱਚੇ ਪਾਤਸ਼ਾਹ? ਮੇਲੇ ਗੁਰ ਕਰਤਾਰ। ਹੁਣ ਗੁਰੂ ਤਾਂ ਸਾਡਾ ਸਮਰੱਥ ਗੁਰੂ ਹਾਜ਼ਰ ਨਾਜ਼ਰ ਨੇ।
ਆਪਾਂ ਵੀ ਮਿਲ ਕੇ ਪਵਿੱਤਰ ਹੋਈਏ। ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ, ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ। ਨਾਨਕ ਨਾਮ ਨ ਵੀਸਰੈ ਮੇਲੇ ਗੁਰ ਕਰਤਾਰ, ਨਾਨਕ ਨਾਮ ਨ ਵੀਸਰੈ ਮੇਲੇ ਗੁਰ ਕਰਤਾਰ। ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ, ਕਾਇਆ ਸੋਚ ਨ ਪਾਈਐ ਬਿਨ ਹਰ ਭਗਤ ਪਿਆਰ। ਬਿਨ ਹਰ ਭਗਤ ਪਿਆਰ। ਸਾਡੀ ਪਵਿੱਤਰਤਾ ਹੋਣੀ ਹੈ ਨਾਮ ਜਪ ਕੇ, ਸ਼ਬਦ ਗੁਰੂ ਦੇ ਨਾਲ ਜੁੜ ਕੇ, ਅਤੇ ਜੋ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਉਹ 'ਤੇ ਪਹਿਰਾ ਦੇ ਕੇ, ਫੇਰ ਸਾਡੀ ਪਵਿੱਤਰਤਾ ਹੋ ਸਕਦੀ ਹੈ। ਮੇਲੇ ਗੁਰ ਕਰਤਾਰ। ਹੁਣ ਅੰਦਰਲੀ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਿਹਾ ਲਿਵਤਾਰ। ਮਹਾਰਾਜ ਜੀ ਕਹਿੰਦੇ ਪੂਰੇ ਗੁਰ ਸਮਝਾਇਆ। ਕਿੰਨੇ ਪਰਪਕਾਰ ਦੇ ਸਾਡੇ ਕੰਮ ਕੀਤੇ ਗੁਰੂ ਨਾਨਕ ਸਾਹਿਬ ਜੀ ਨੇ। ਮਤ ਊਤਮ ਹੋਈ ਅੰਤਰ ਸੀਤਲ ਸ਼ਾਂਤ ਹੋਈ, ਕਿਵੇਂ? ਨਾਮੇ ਸੁਖ ਹੋਈ। ਜੇ ਸੱਚਮੁੱਚ ਸ਼ਾਂਤੀ ਚਾਹੁੰਦੇ ਹੋ, ਅੰਦਰਲੀ ਚੁੱਪ, ਮਹਾਰਾਜ ਜੀ ਕਹਿੰਦੇ ਨਾਮ ਜਪੋ, ਗੁਰੂ ਮਹਾਰਾਜ ਜੀ ਦਾ ਹੁਕਮ ਮੰਨੋ। ਹੁਣ ਗੱਲ ਆ ਗਈ ਭੁੱਖ ਦੀ। ਇਹ ਹੋ ਗਈ ਸੋਚ ਦੀ ਤਾਂ ਚੁੱਪ ਦੀ। ਹੁਣ ਭੁੱਖ ਦੀ। ਮਹਾਰਾਜ ਜੀ ਕਹਿੰਦੇ ਬਿਨਾ ਸੰਤੋਖ ਨਹੀਂ ਕਹੋ ਰਾਜੈ, ਸੋਪਨ ਮਨੋਰਥ ਬ੍ਰਿਥੈ ਸਭ ਕਾਜੈ। The fire of greed can never be burnt. The only way to burn it is to be content. And the only way to be content is to join with the Guru. We should be grateful to the Guru for what we have and thank the Guru at all times. ਫੇਰ ਸੰਤੋਖ ਪ੍ਰਾਪਤ ਹੋ ਸਕਦੀ ਹੈ। ਇਹ ਹੈ ਭੁੱਖ ਦੀ ਗੱਲ। ਪਰ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਸਾਨੂੰ ਵੀ ਇੱਕ ਭੁੱਖ ਲੱਗੀ ਹੈ। ਗੁਰੂ ਨਾਨਕ ਸਾਹਿਬ ਜੀ ਖੁਦ ਕਹਿੰਦੇ ਹੈ ਇੱਕ ਭੁੱਖ ਜੋ ਪਵਿੱਤਰ ਭੁੱਖ ਹੈ। ਮਹਾਰਾਜ ਜੀ ਕਹਿੰਦੇ ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ। ਜਿਨ੍ਹਾਂ ਦੀ ਰੁਚੀ ਨਹੀਂ ਉਹਨਾਂ ਲਈ ਔਖਾ ਹੈ। ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚੱਲੀਏ ਦੁੱਖ। ਦੁਨਿਆਵੀ ਭੁੱਖ ਨਹੀਂ, not greed, contentment. That is what Guru Nanak Sahib Ji means by ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੂਰੀਆਂ ਪਾਰ। Because we will never be satisfied. We will always want more. ਪਰ ਜਿਨ੍ਹਾਂ ਨੂੰ ਵਾਹਿਗੁਰੂ ਦਾ ਸ਼ਬਦ ਮਿਲ ਗਿਆ, ਗੁਰੂ ਵੱਲੋਂ ਨਾਮ ਪੰਜ ਪਿਆਰਿਆਂ ਦੇ ਰਾਹੀਂ ਅਤੇ ਉਸ 'ਤੇ ਅਮਲ ਕਰਦੇ ਨੇ, ਫਿਰ ਉਹਨਾਂ ਦੀ ਸਾਰੀ ਹੀ ਭੁੱਖ ਲਿੱਥ ਜਾਂਦੀ ਹੈ। ਫਿਰ ਨਾਮ ਦੀ ਭੁੱਖ, ਨਾਮ ਦਾ ਲੋਭ, ਇਹ ਹੈ ਪਵਿੱਤਰ ਲੋਭ, ਇਹ ਹੈ ਪਵਿੱਤਰ ਭੁੱਖ। ਮਹਾਰਾਜ ਜੀ ਕਹਿੰਦੇ ਵਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖਿਆ, ਉਤਰੇ ਮਨ ਕੀ ਭੁੱਖ। ਗੁਰ ਵਨ ਤਿਨ ਹਰਿਆ ਕੀਤਿਆ। ਇਹਦਾ ਅਰਥ ਹੈ ਵੀ ਸੜਿਆ ਹੋਇਆ ਘਾਹ ਗੁਰੂ ਨੇ ਹਰਿਆ ਕਰ ਦਿੱਤਾ। ਨਾਨਕ ਕਿਹਾ ਮਨੁੱਖ, ਭਾਵੇਂ ਸਾਡਾ ਸੜਿਆ ਹੋਇਆ ਜੀਵਨ ਵੀ ਹੋਵੇ, ਮਹਾਰਾਜ ਜੀ ਕਹਿੰਦੇ ਕੋਈ ਗੱਲ ਨਹੀਂ, ਸਾਡੇ ਗੁਰੂ ਬਹੁਤ ਵੱਡੇ ਨੇ। ਨਾਨਕ ਕਿਹਾ ਮਨੁੱਖ, ਮਨੁੱਖ ਨੂੰ ਦੇਵਤਾ ਬਣਾ ਸਕਦਾ ਸਕਿੰਟ ਦੇ ਵਿੱਚ, ਜੇ ਸ਼ਰਧਾ ਨਿਮਰਤਾ ਹੋਵੇ, ਜੇ ਨਤਮਸਤਕ ਸੱਚੇ ਦਿਲ ਨਾ ਕਰੀਏ। ਸੱਚੇ ਪਾਤਸ਼ਾਹ ਅਸੀਂ ਕਰੀਏ ਕੀ? ਕਿਰਪਾ ਕਰੋ, ਸਾਡੇ 'ਤੇ ਮਿਹਰ ਕਰੋ। ਗੁਰੂ ਨਾਨਕ ਸਾਹਿਬ ਜੀ ਆਪ ਜੀ ਦਾ ਅਵਤਾਰ ਪੁਰਬ ਹੈ। ਫੇਰ ਮਹਾਰਾਜ ਜੀ ਕਹਿੰਦੇ, ਇੱਥੇ ਫੋਟੋ ਲੱਗੀ ਹੈ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ ਦੇ ਨਾਲ ਲੰਗਰ ਛਕਦੇ। ਕਿਉਂ? ਭਾਈ ਲਾਲੋ ਜੀ ਸੀ ਸੰਤੋਖੀ ਪੁਰਸ਼, ਨਾਮ ਦਾ ਰਸੀਆ। ਦੂਜੇ ਪਾਸੇ ਲੋਭੀ ਮਾਲਕ ਭਾਗੋ। ਗੁਰੂ ਨਾਨਕ ਸਾਹਿਬ ਜੀ ਲੋਭੀਆਂ ਦੀ ਨੂੰ ਕਿਨਾਰਾ ਕੀਤਾ, ਸੰਕੋਚ ਕੀਤਾ।
ਨਾਮ ਦੇ ਰਸੀਆਂ ਦੇ ਨਾਲ ਬਹਿ ਕੇ ਲੰਗਰ ਛਕਿਆ, ਜਾਤ ਪਾਤ ਦਾ ਕੋਈ ਪਰਵਾਹ ਹੀ ਨਹੀਂ ਕੀਤਾ। ਇਹ ਸੀ ਸਾਡੇ ਗੁਰੂ ਨਾਨਕ ਸਾਹਿਬ, ਹੈ ਸਾਡੇ ਗੁਰੂ ਨਾਨਕ ਸਾਹਿਬ। ਰਹਿ ਗਈ ਗੱਲ ਸਿਆਣਪਾਂ ਦੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਮਹਾਰਾਜ ਜੀ ਇਹਦੇ ਬਾਰੇ ਕਹਿੰਦੇ ਹੈ, ਕਹਿ ਨਾਨਕ ਮਨ ਚੰਚਲ, ਚਤਰਾਈ ਕਿਨੇ ਨਾ ਪਾਇਆ। ਆਪਾਂ ਗੁਰੂ ਨਾਨਕ ਸਾਹਿਬ ਜੀ ਨੂੰ ਗੱਪਾਂ ਮਾਰ ਕੇ, ਸਕੀਮਾਂ ਬਣਾ ਕੇ ਕਿਵੇਂ ਜਿੱਤ ਸਕਦੇ ਨੇ? ਉਹ ਤਾਂ ਅੰਤਰਜਾਮੀ ਹੈ। ਗੁਰੂ ਮਹਾਰਾਜ ਜੀ ਦੱਸਦਾ ਹੈ, ਤਜੋ ਸਿਆਣਪ ਸੁਰਜਨੋ, ਹੇ ਭਲੋ ਪੁਰਸ਼ੋ, ਆਪਣੀ ਸਿਆਣਪ ਅਕਲ ਛੱਡ ਦਿਓ। ਫਿਰ ਕਰੀਏ ਕੀ? ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਫਿਰ ਨਾਨਕ ਦੁਖ ਭਰਮ ਭਉ ਜਾਏ। ਇੱਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਆਸ ਰੱਖਣੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਆਪਣੀ ਅਕਲ ਨਹੀਂ ਮੋਹਰੇ ਰੱਖਣੀ। ਫੇਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੁਹਾਡੀਆਂ ਸਿਆਣਪਾਂ ਦੂਰ ਹੋ ਜਾਊਗੀਆਂ। ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਤੁਹਾਡੇ ਵਰਗੇ ਸਿਆਣੇ ਗੱਪਾਂ ਮਾਰਨ ਵਾਲੇ ਬਥੇਰੇ ਦੇਖੇ ਅਸੀਂ, ਉਹ ਸਾਰੇ ਡੁੱਬਦੇ ਹੀ ਜਾਂਦੇ ਨੇ। ਗੁਰੂ ਨਾਨਕ ਦੇਵ ਜੀ ਨੇ ਮੱਕਾ ਵੀ ਇਹ ਬਚਨ ਕੀਤਾ, ਬਿਨਾਂ ਸ਼ੁਭ ਅਮਲਾਂ ਤੋਂ ਬਿਨਾਂ ਦੋਨੇ ਰੋਂਦੇ ਨੇ। ਹਿੰਦੂ ਵੀ ਰੋਂਦੇ ਨੇ, ਮੁਸਲਮਾਨ ਵੀ ਰੋਂਦੇ ਨੇ। ਆਪਾਂ ਇਸ ਦਰ ਦੇ ਵਿੱਚ ਨਾ ਬਣੀਏ। ਜੇ ਆਪਾਂ ਸੱਚਮੁੱਚ ਗੁਰਸਿੱਖ ਖਵਾਉਂਦੇ ਨੇ, ਗੁਰਮਤ ਧਾਰਨ ਕਰਕੇ, ਫਿਰ ਗੁਰਮਤ ਜੋ ਕਹਿੰਦੀ ਹੈ ਉੱਤੇ ਪਹਿਰਾ ਦੇਣਾ, ਆਪਣੀ ਅਕਲ ਨਹੀਂ ਮੋਹਰੇ ਰੱਖਣੀ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਗੁਰੂ ਅਰਜਨ ਦੇਵ ਜੀ ਕਹਿੰਦੇ ਸੀ, ਬਥੇਰੇ ਸਿਆਣੇ ਦੇਖੇ ਨੇ, ਸਾਰੇ ਹੀ ਡੁੱਬਦੇ ਨੇ। ਫੇਰ ਗੱਲ ਆ ਗਈ ਰਜ਼ਾ ਦੀ। ਗੁਰੂ ਮਹਾਰਾਜ ਜੀ ਕਹਿੰਦੇ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ। ਹਾਊ ਕੈਨ ਵੀ ਦੈਨ ਬਿਕਮ ਟਰੂ? ਮਹਾਰਾਜ ਜੀ ਕਹਿੰਦੇ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਮਹਾਰਾਜ ਜੀ ਕਹਿੰਦੇ, ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕੈ ਭਾਣੇ ਜੇ ਚੱਲੈ। ਆਪਣੇ ਭਾਣੇ ਦੇ ਵਿੱਚ ਨਹੀਂ, ਗੁਰ ਕੈ ਭਾਣੇ ਜੇ ਚੱਲੈ ਤਾਂ ਅਨ ਦਿਨ, ਹਰ ਰੋਜ਼, ਹਰ ਵਕਤ ਰਾਚੈ ਹਰ ਨਾਏ। ਇਹ ਹੈ ਗੁਰੂ ਨਾਨਕ ਸਾਹਿਬ ਜੀ ਦਾ ਮੈਸੇਜ। ਆਪਾਂ ਪੜ੍ਹ ਵੀ ਲਈਏ। ਗੁਰ ਕੀ ਕਾਰ ਕਮਾਏ ਮਨ ਰੇ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ ਮਨ ਰੇ, ਗੁਰ ਕੀ ਕਾਰ ਕਮਾਏ। ਗੁਰ ਕੀ ਕਾਰ ਕਮਾਏ ਮਨ ਰੇ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ ਮਨ ਰੇ, ਗੁਰ ਕੀ ਕਾਰ ਕਮਾਏ। ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ। ਗੁਰ ਕੀ ਕਾਰ ਕਮਾਏ ਮਨ ਰੇ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ ਮਨ, ਗੁਰ ਕੀ ਕਾਰ ਕਮਾਏ। ਗੁਰ ਕੀ ਕਾਰ ਕਮਾਏ ਮਨ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ। ਗੁਰ ਕੀ ਕਾਰ ਕਮਾਏ ਮਨ ਰੇ, ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ ਮਨ, ਗੁਰ ਕੀ ਕਾਰ ਕਮਾਏ। ਗੁਰ ਕੀ ਕਾਰ ਕਮਾਏ, ਗੁਰ ਕੀ ਕਾਰ ਕਮਾਏ, ਕਾਰ ਕਮਾਏ। ਮਹਾਰਾਜ ਜੀ ਕਹਿੰਦੇ, ਗੁਰੂ ਦੀ ਮੱਤ, ਉਹਦੇ ਉੱਤੇ ਕਾਰ ਕਮਾਈ ਕਰਨੀ ਹੈ। ਇਹ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਆਪਾਂ ਵਿਚਾਰ ਕੀਤੀ ਹੈ ਇੱਕ ਓਂਕਾਰ ਦੀ, ਸਤਿਨਾਮ ਦੀ, ਕਰਤਾ ਪੁਰਖ, ਸਾਰਾ ਕੁਝ। ਮਹਾਰਾਜ ਜੀ ਸਾਡੇ ਹਿਰਦੇ ਦੇ ਵਿੱਚ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਪ੍ਰਵੇਸ਼ ਹੋਵੇ। ਹੁਣ ਮਹਾਰਾਜ ਜੀ ਦਾ ਆਪਾਂ ਜੇ ਨਿਚੋੜ ਕਰੀਏ, ਭਾਵੇਂ ਗੁਰੂ ਮਹਾਰਾਜ ਜੀ ਦੇ ਕੋਈ ਮਹਿਮਾ ਨੂੰ ਜਾਣ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ, ਗੁਰੂ ਨਾਨਕ ਦੇਵ ਜੀ ਦਾ ਫਰਮਾਨ ਸਾਡੇ ਲਈ ਬਹੁਤ ਹੀ ਸਖਾਲਾ ਹੈ, ਨਾਮ ਦਾਨ ਇਸ਼ਨਾਨ। ਆਮ ਲੋਕ ਕਹਿੰਦੇ ਨੇ ਨਾਮ ਜਪੋ, ਵੰਡ ਕੇ ਛਕੋ, ਕਿਰਤ ਕਰੋ। ਠੀਕ ਹੈ, ਬਿਲਕੁਲ, ਅਸੀਂ ਕਿਸੇ ਨੂੰ ਗਲਤ ਨਹੀਂ ਕਹਿੰਦੇ, ਪਰ ਕਿਰਤ ਤਾਂ ਡਰੱਗ ਡੀਲਰ ਵੀ ਕਰਦੇ ਹੈ, ਠੱਗ ਵੀ ਕਿਰਤ ਕਰਦੇ ਹੈ। ਮਹਾਰਾਜ ਜੀ ਦਾ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਨਾਮ ਦਾਨ ਇਸ਼ਨਾਨ।
ਨਾਮ ਜਪਣਾ, ਵੰਡ ਕੇ ਛਕਣਾ, ਬੀ ਚੈਰਿਟੇਬਲ, ਪਰ ਮਾਨ ਨਹੀਂ ਕਰਨਾ। ਇਸ਼ਨਾਨ ਦਾ ਅਰਥ ਹੈ ਪਵਿੱਤਰ ਜੀਵਨ। ਪਵਿੱਤਰ ਜੀਵਨ, ਪਵਿੱਤਰ ਜੀਵਨ ਕੀ ਹੈ? ਕਰ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ। ਪਰ ਤੇ ਰੂਪ ਨਾ ਪੇਖੇ ਨੇਤਰ, ਇੰਦਰੀ ਜੋਤ ਪੰਚ ਦੋਖ ਤੇ ਰਹਿਤ, ਨਾਨਕ ਉਡਮਦੇ ਕੋ ਐਸਾ ਅਪਰਸ। ਇੰਦਰੀਆਂ ਨੂੰ ਵਸ ਰੱਖਣਾ, ਚੋਰੀ ਨਹੀਂ ਕਰਨੀ, ਹੱਕ ਦੀ ਕਮਾਈ ਕਰਨੀ ਹੈ, ਈਰਖਾ ਨਹੀਂ ਕਰਨੀ, ਸੱਤ ਦੀ ਕਿਰਤ ਕਰਨੀ, ਪਵਿੱਤਰ ਜੀਵਨ, ਓਨੈਸਟ ਲਿਵਿੰਗ। ਨਾਮ ਜਪਣਾ, ਵੰਡ ਕੇ ਛਕਣਾ ਤਾਂ ਪਵਿੱਤਰ ਜੀਵਨ। ਮਹਾਰਾਜ ਜੀ ਕਹਿੰਦੇ ਜੇ ਤੁਸੀਂ ਗੁਰਸਿੱਖ ਬਣਨੇ ਹੈ, ਗੁਰੂ ਦਾ ਭਗਤ ਬਣਨਾ ਹੈ, ਤਿੰਨ ਚੀਜ਼ਾਂ ਭਗਤ ਦੀਆਂ ਨਿਸ਼ਾਨੀਆਂ ਹੈ। ਮਹਾਰਾਜ ਜੀ ਨੇ ਆਪ ਗੁਰਬਾਣੀ ਵਿੱਚ ਲਿਖਿਆ, ਮਤ ਹੁੰਦੀ ਹੋਏ ਇਹ ਆਣਾ, ਸਿਆਣਪਾਂ ਨਹੀਂ ਕਰਨੀਆਂ। ਜੇ ਗੁਰੂ ਮਹਾਰਾਜ ਜੀ ਨੇ ਅਕਲ ਬਖਸ਼ੀ ਵੀ ਹੈ, ਫਿਰ ਵੀ ਇਆਣਾ ਬਣ ਕੇ ਰਹਿਣਾ, ਕਿਸੇ ਤੇ ਰੋਹਬ ਨਹੀਂ ਜਮਾਉਣੀ। ਤਾਣ ਹੁੰਦੇ ਹੋਏ ਨਿਤਾਣਾ, ਜੇ ਤਾਕਤ ਬਖਸ਼ੀ ਵੀ ਹੈ, ਆਕੜ ਵਿੱਚ ਨਹੀਂ ਆਉਣਾ, ਨਿਮਰਤਾ ਦੇ ਵਿੱਚ ਰਹਿਣਾ। ਅਣਹੋਂਦੇ ਆਪ ਵੰਡਾਏ, ਜੇ ਕੁਛ ਵੀ ਨਾ ਹੋਵੇ ਸੰਤੋਖ ਵਿੱਚ ਰਹਿਣਾ, ਭੁੱਖਿਆਂ ਭੁੱਖ ਨਾ ਉਤਰੀ, ਫਿਰ ਵੀ ਦਾਨ ਪੁੰਨ ਕਰਨਾ। ਹੇ ਸੱਚੇ ਪਾਤਸ਼ਾਹ ਵਾਹਿਗੁਰੂ, ਤੂੰ ਮੈਨੂੰ ਬਹੁਤ ਕੁਝ ਦਿੱਤਾ ਹੈ, ਮੇਰਾ ਵੀ ਜੀ ਕਰਦਾ ਦਾਨ ਕਰਨ ਨੂੰ। ਨੇਕ ਦਾਨ ਕੋ ਐਸਾ ਭਗਤ ਸਦਾਏ, ਇਹ ਗੁਰੂ ਨਾਨਕ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ। ਤਿੰਨ ਲੱਛਣ, ਨਾਮ ਦਾਨ ਇਸ਼ਨਾਨ। ਮਹਾਰਾਜ ਜੀ ਕਹਿੰਦੇ ਮਨ ਵੇਚੇ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਨਹੀਂ ਤਾਂ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਕਈ ਆਉਂਦੇ ਨੇ ਜਿਹਦਾ ਅਰਥ ਹੈ ਨਹੀਂ ਤਾਂ ਨਹੀਂ। ਸਤ ਸੰਗਤ ਮਿਲੇ ਸੋ ਤਰਿਆ, ਨਹੀਂ ਤਾਂ ਨਹੀਂ। ਗੁਰੂ ਮਹਾਰਾਜ ਜੀ ਨੇ ਸਾਡੇ ਲਈ ਰੋਸ਼ਨੀ ਦਾ ਰਨਵੇ ਤਿਆਰ ਕਰ ਦਿੱਤਾ ਵੀ ਆਪਣੇ ਜ਼ਿੰਦਗੀ ਦਾ ਜਹਾਜ਼ ਇੱਥੇ ਉਤਾਰਨਾ ਹੈ। ਜੇਕਰ ਆਪਾਂ ਉਹ ਰੋਸ਼ਨੀ ਦੇਖ ਕੇ ਜਾਣ ਬੁੱਝ ਕੇ ਇੱਧਰ ਨੂੰ ਜਹਾਜ਼ ਘੁਮਾਈ ਜਾਈਏ, ਫਿਰ ਤਾਂ ਆਪਾਂ ਡੁੱਬਣਾ ਹੀ ਡੁੱਬਣਾ। ਜੇ ਆਪਾਂ ਆਪਣੀ ਅਕਲ ਦੇ ਅਨੁਸਾਰ ਜਹਾਜ਼ ਡੁਬਾਉਣਾ, ਡੁੱਬੂਗਾ। ਮਹਾਰਾਜ ਜੀ ਕਹਿੰਦੇ ਡੁੱਬੇ ਬਹੁਤ ਸਿਆਣੇ। ਮਹਾਰਾਜ ਜੀ ਨੇ ਸਾਨੂੰ ਰਸਤਾ ਦਿਖਾ ਦਿੱਤਾ, ਗੁਰ ਕੀ ਮਤ ਤੂੰ ਲੈ ਆਨੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਨਹੀਂ ਤਾਂ ਨਹੀਂ। ਜਿਹੜੀ ਆਪਣੀ ਅਕਲ ਦੇ ਨਾਲ ਸੇਵਾ ਕਰਦੇ ਹੈ, ਗੁਰੂ ਮਹਾਰਾਜ ਜੀ ਕਹਿੰਦੇ ਇਹ ਅਮਲ ਨਹੀਂ। ਅਮਲ ਇਹੀ ਹੈ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਆਪਾਂ ਰਲ ਮਿਲ ਕੇ ਗੁਰੂ ਨਾਨਕ ਸਾਹਿਬ ਜੀ ਦੀ ਜ਼ਿੰਦਗੀ ਤੋਂ ਉਦਾਹਰਨ ਸੇਧ ਲਈ ਹੈ, ਕਿਉਂਕਿ ਆਪਾਂ ਗੁਰੂ ਨਾਨਕ ਦੇਵ ਜੀ ਦੀ ਜ਼ਿੰਦਗੀ ਤੋਂ ਸੇਧ ਹੀ ਲੈ ਸਕਦੇ ਨੇ। ਆਪਾਂ ਆਮ ਤੌਰ ਸਾਰੇ ਹੀ ਕਹਿੰਦੇ ਨੇ ਵੀ ਨਾ ਕੋ ਹੋਆ ਤਾਂ ਨਾ ਕੋ ਹੋਣਾ, ਗੁਰੂ ਗੋਬਿੰਦ ਸਿੰਘ ਜੀ ਦਾ ਵਰਗਾ। ਬਿਲਕੁਲ ਸੱਚ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਵਿੱਚ ਕੋਈ ਫਰਕ ਨਹੀਂ, ਕਿਉਂਕਿ ਇੱਕ ਜੋਤ ਹੈ ਗੁਰੂ ਸਾਹਿਬਾਨਾਂ ਦੀ। ਜੇ ਆਪਾਂ ਕਹਿ ਦਈਏ ਵੀ ਨਾ ਕੋ ਹੋਆ ਤਾਂ ਨਾ ਕੋ ਹੋਣਾ, ਗੁਰੂ ਨਾਨਕ ਸਾਹਿਬ ਜੀ ਵਰਗਾ, ਇਹ ਉਹੋ ਹੀ ਬਚਨ ਹੈ। ਆਪਾਂ ਆਖਰੀ ਧਾਰਨਾ ਇੱਕ ਵਾਰੀ ਫੇਰ ਪੜ੍ਹ ਕੇ, ਫਿਰ ਆਪਾਂ ਗੁਰੂ ਉਸਤਤਰ ਪੜ੍ਹ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਸਮਾਪਤੀ ਵਿੱਚ ਜਾਣਾ। ਆਪਾਂ ਇਹ ਸੰਗਤ ਰੂਪ ਵਿੱਚ ਵਿਚਾਰ ਕੀਤੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਗਰਾਉਣ ਨੇ ਵੱਡੇ ਵੱਡਿਆਂ ਨੇ ਮੱਥਾ ਲਾਇਆ, ਪਰ ਕੋਈ ਨਹੀਂ ਪਹੁੰਚਿਆ। ਆਪਾਂ ਵੀ ਆਪਣੀ ਅਕਲ ਤਿਆਗ ਕੇ ਗੁਰੂ ਨਾਨਕ ਦੇਵ ਜੀ ਦੀ ਮੱਤ ਧਾਰਨ ਕਰੀਏ, ਫਿਰ ਹੀ ਗੁਰਪੁਰਬ ਮਨਾਉਣ ਦਾ ਕੋਈ ਸਾਨੂੰ ਲਾਭ ਹੋਵੇਗਾ। ਜਦ ਆਪਾਂ ਕਹਿੰਦੇ ਗੁਰੂ ਮਾਨਿਓ ਗ੍ਰੰਥ, ਇਹ ਨਹੀਂ ਰਮਾਲੇ ਚੜਾਓ ਚੰਦੋਏ, ਇਹ ਬਿਲਕੁਲ ਠੀਕ ਹੈ, ਸੇਵਾਦਾਰ ਸ਼ਰਧਾ ਪਿਆਰ ਨਾਲ ਕਰਦੇ ਹੈ, ਇਹ ਬਿਲਕੁਲ ਜਾਇਜ਼ ਸੇਵਾ ਹੈ। ਪਰ ਗੁਰੂ ਮਾਨਿਓ ਗ੍ਰੰਥ ਦਾ ਮਤਲਬ ਇਹ ਹੈ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਉੱਤੇ ਪਹਿਰਾ ਦੇਣਾ, ਹੁਕਮ ਰਜ਼ਾਈ ਚੱਲਣਾ, ਹੁਕਮ ਦੇ ਵਿੱਚ ਪਹਿਰਾ ਦੇਣਾ, ਇਹ ਹੈ ਗੁਰੂ ਨਾਨਕ ਸਾਹਿਬ ਜੀ ਦੀ ਮੱਤ। ਤਾਂ ਭਾਈ ਗੁਰਦਾਸ ਜੀ ਸਾਡੇ ਭਲੇ ਲਈ ਗੁਰੂ ਨਾਨਕ ਬਾਰੇ ਇਹ ਦੱਸਦੇ ਹਨ। ਕਲ ਜੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਪ੍ਰਗਟਿਆ। ਕਲ ਜੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਪ੍ਰਗਟਿਆ।
ਵੱਡਾ ਪੁਰਖ ਪ੍ਰਗਟਿਆ, ਵੱਡਾ ਪੁਰਖ ਪ੍ਰਗਟਿਆ। ਕਲ ਜੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਪ੍ਰਗਟਿਆ। ਕਲ ਜੁਗ ਅੰਦਰ ਜੋਤ ਜਗਾਈ, ਵੱਡਾ ਪੁਰਖ ਪ੍ਰਗਟਿਆ। ਪ੍ਰਗਟਿਆ। Guru Nanak Sahib Ji has shown us the way. They have lit the way for us. You know, like on a plane, they say in an event of an emergency, follow the lights. Well, it is an emergency because there's lies and deceit and deception and gappa everywhere, but nothing to fear. Guru Nanak Sahib Ji has already lit the lights for us. Guru Nanak Sahib Ji ne battiyan jagaatiyaan ਸਾਡੇ ਲਈ, ਆਪਾਂ ਰਸਤਾ ਅਪਣਾਈਏ। ਹੁਣ ਆਪਾਂ ਗੁਰੂ ਉਸਤੋਤਰ ਵਿੱਚ ਪੜ੍ਹਨਾ ਸਤਿਨਾਮ ਵਾਹਿਗੁਰੂ ਦਾ ਜਾਪ, ਭੁੱਲਾ ਚੁੱਕਾ ਦੀ ਖਿਮਾ। ਮੇਰੇ ਵੀਰ ਬਾਠ ਸਾਹਿਬ ਦਾ ਬਹੁਤ ਹੀ ਧੰਨਵਾਦ, ਸਾਡੇ ਮਾਸੀ ਜੀ ਦੇ ਪੁੱਤਰੇ ਨੇ, ਅਤੇ ਸਮਰਾ ਪਰਿਵਾਰ ਦਾ ਧੰਨਵਾਦ, ਸਾਰੇ ਪ੍ਰਬੰਧਕਾਂ ਦਾ ਧੰਨਵਾਦ, ਸੰਗਤ ਦਾ ਧੰਨਵਾਦ। ਭੁੱਲਾ ਚੁੱਕਾਂ ਦੀ ਖਿਮਾ। ਆਪਾਂ ਯਤਨ ਕੀਤਾ ਸੀ ਸੰਗਤ ਰੂਪ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜ਼ਿੰਦਗੀ ਦੇ ਵਿੱਚੋਂ, ਬਚਨਾਂ ਦੇ ਵਿੱਚੋਂ ਕੋਈ ਸੇਧ ਲਈਏ। ਗੁਰੂ ਨਾਨਕ ਸਾਹਿਬ ਜੀ ਕਿਤੇ ਗਏ ਨਹੀਂ। ਇਸ ਵੇਲੇ ਵੀ ਆਪਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹਾਂ। ਭਾਈਆਂ ਮੇਰੇ ਵੀਰਾਂ ਦਾ ਬਹੁਤ ਹੀ ਧੰਨਵਾਦ, ਸਾਥ ਦਿੱਤਾ ਹੈ। ਆ ਸਾਰੀ ਮਾਇਆ ਗੁਰੂ ਘਰ ਦੇ ਵਿੱਚ ਲਾਇਓ। ਆਪਾਂ ਜੇ ਸਿੱਧ ਕਹਿ ਸਕਦੇ ਹੈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਸਾਡਾ ਕੁਛ ਘਟਣਾ ਨਹੀਂ, ਧੰਨ ਹੈ ਕਹਿ ਕੇ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਓ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਓ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ, ਧੰਨ ਹੈ। ਓ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿ ਰਾਏ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਸ੍ਰੀ ਹਰਿਕ੍ਰਿਸ਼ਨ ਜੀ, ਧੰਨ ਹੈ। ਓ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਤੇਗ ਬਹਾਦਰ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਗੋਬਿੰਦ ਸਿੰਘ ਜੀ, ਧੰਨ ਹੈ। ਓ ਧੰਨ ਹੈ, ਧੰਨ ਹੈ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ। ਧੰਨ ਹੈ, ਧੰਨ ਹੈ, ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ। ਓ ਧੰਨ ਹੈ, ਧੰਨ ਹੈ, ਧੰਨ ਹੈ ਤੇਰੀ ਸਾਧ ਸੰਗਤ ਜੀ, ਧੰਨ ਹੈ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਪਿਆਰਾ ਲੱਗੇਗਾ, ਬੋਲ ਪਿਆਰਿਆ। ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ, ਤੇਰਾ ਮਿੱਠੜਾ ਲੱਗੇਗਾ, ਬੋਲ ਪਿਆਰਿਆ।
ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਵਾਹਿਗੁਰੂ ਬੋਲ ਕਦੇ ਨਾ ਡੋਲ, ਵਾਹਿਗੁਰੂ ਬੋਲ ਕਦੇ ਨਾ ਡੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਰਿਆਂ ਦੇ ਗੁਰਮਤਿ ਅਨੁਸਾਰ ਸ਼ੁਭ ਵਾਸ਼ਨਾਵਾਂ ਪੂਰੀਆਂ ਕਰਨ ਅਤੇ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਗੁਰਮਤਿ ਤੁਰਨ ਤੇ ਪਹਿਰਾ ਦੇਣ ਤੇ ਸਮਰੱਥਾ ਬਖਸ਼ਣ। ਭੁੱਲਾ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਇਸੇ ਤਰ੍ਹਾਂ ਭਾਈ ਸਾਹਿਬ ਨੂੰ ਚੜ੍ਹਦੀਆਂ ਕਲਾ ਜੀਵਨ ਬਖਸ਼ਣ ਤੇ ਸਾਧ ਸੰਗਤ ਦੀ ਸੇਵਾ ਕਰਦੇ ਰਹਿਣ। ਹੁਣ ਦਾਸ ਭਾਈ ਦਵਿੰਦਰ ਸਿੰਘ ਜੋ ਸਿੱਖ ਚੈਨਲ ਵਾਲੇ ਮੇਰੇ ਵੀਰ ਆਏ ਬੈਠੇ ਹਨ ਸੰਗਤਾਂ ਵਿੱਚ, 2 ਮਿੰਟ ਵਾਸਤੇ ਸਟੇਜ ਤੇ ਆਉਣ ਦੀ ਕਿਰਪਾਲਤਾ ਕਰੋ। ਉਸ ਤੋਂ ਉਪਰੰਤ ਪਿਆਰੀ ਸਾਧ ਸੰਗਤ ਜੀ ਜਾਣਾ ਨਹੀਂ ਅਜੇ ਆਪਾਂ, ਫਿਰ ਆਪਣੇ ਪਾਸ ਜੋ ਕਥਾਵਾਚਕ ਹਨ ਸਾਰੇ ਹਫ਼ਤਾ ਸੇਵਾ ਕਰਦੇ ਆ ਰਹੇ ਹਨ, ਉਹਨਾਂ ਨੇ ਸਿਰਫ 10-15 ਮਿੰਟ ਲਾਉਣਾ ਹੈ। ਉਸ ਤੋਂ ਉਪਰੰਤ ਆਪਾਂ ਗੁਰੂ ਮਹਾਰਾਜ ਨੂੰ ਸੱਚਖੰਡ ਵਿਖੇ ਬਿਰਾਜਮਾਨ ਕਰਨਾ ਹੈ, ਫਿਰ ਆਪਾਂ ਨੂੰ ਛੁੱਟੀਆਂ ਹੋਣੀਆਂ। ਇਹ ਬੜਾ ਆਪਣਾ ਅੱਜ ਕੀਮਤੀ ਸਮਾਂ ਹੈ ਜੋ ਆਪਣੇ ਗੁਰੂ ਪਾਤਸ਼ਾਹੀ ਦਾ ਇਹ ਜਨਮ ਦਿਹਾੜਾ ਹੈ, ਪ੍ਰਕਾਸ਼ ਦਿਹਾੜਾ ਹੈ। ਪਲੀਜ਼ ਅੱਜ ਜ਼ਰੂਰ ਬੇਨਤੀ ਹੱਥ ਜੋੜ ਕੇ ਕਰਦੇ ਹਾਂ ਕਿ ਕੋਈ ਨਹੀਂ 9 ਵੱਜ ਜਾਣਗੇ, ਹੋਰ ਕੁਝ ਨਹੀਂ ਹੋਣਾ, ਆਪਾਂ ਜਾ ਕੇ ਰੋਜ਼ ਸੌਣਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਨੂੰ ਬਹੁਤ ਖੁਸ਼ੀ ਹੈਗੀ ਇੱਥੇ ਗੁਰਦੁਆਰਾ ਸਾਹਿਬ ਬੋਸਲ ਦੇ ਵਿੱਚ ਤੁਹਾਡੇ ਨਾਲ ਖੁਸ਼ੀ ਮਨਾਈਆਂ। ਗੁਰਪੁਰਬ ਦੀ ਖੁਸ਼ੀ ਵਿੱਚ ਸਾਰੇ ਜੁੜੇ ਹੋਏ ਹੈਗੇ। ਨਾਮ ਸਿਮਰਨ ਦਾ ਪ੍ਰੋਗਰਾਮ ਚੱਲਿਆ, ਸਾਰੇ ਸੰਗਤਾਂ ਨੇ ਜੁੜ ਕੇ ਨਾਮ ਸਿਮਰਨ ਕੀਤਾ। ਅੱਜ ਗੁਰਪੁਰਬ ਦੇ ਦਿਹਾੜੇ 'ਤੇ ਸਾਡੀ ਸਮਾਪਤੀ ਹੋਈ ਇਸ ਪ੍ਰੋਗਰਾਮ ਦੀ ਅਤੇ ਸਿੱਖ ਚੈਨਲ ਦੇ 10 ਸਾਲ ਹੋ ਗਏ ਵਰੀਗੰਧ ਸ਼ੁਰੂ ਹੋ ਜਨੇ 2009 ਦੇ ਵਿੱਚ। ਉਹਦੇ ਨਾਲ ਸਾਢੇ 500 ਸਾਲ ਪਹਿਲੇ ਪਾਤਸ਼ਾਹ ਦਾ ਗੁਰਪੁਰਬ, ਉਹਦੀ ਖੁਸ਼ੀ ਵਿੱਚ ਸਿੱਖ ਚੈਨਲ ਨੇ ਇੱਕ ਸਹਿਜ ਪਾਠ ਖੋਲ੍ਹਿਆ। ਉਹ ਸਹਿਜ ਪਾਠ ਇੱਕ ਕਾਫਲੇ ਤੌਰ 'ਤੇ ਸਾਰੀ ਦੁਨੀਆ ਵਿੱਚ ਚੱਲ ਗਿਆ। ਇੱਥੋਂ ਇੰਗਲੈਂਡ ਸਾਡੇ ਸਟੂਡੀਓ ਤੋਂ ਸ਼ੁਰੂ ਹੋ ਕੇ ਸਕਾਟਲੈਂਡ, ਇਟਲੀ, ਹਾਲੈਂਡ, ਹੋਰ ਸਾਰੇ ਵੱਖਰੇ ਦੇਸ਼ਾਂ ਵਿੱਚ, ਅਮਰੀਕਾ ਵੀ ਪਹੁੰਚ ਗਿਆ। ਦਾਸ ਦੀ ਇੱਛਾ ਹੈਗੀ ਉਹ ਸਹਿਜ ਪਾਠ ਇੱਥੇ ਵੀ ਇਸ ਗੁਰਦੁਆਰੇ ਸਾਹਿਬ ਆ ਕੇ ਜ਼ਰੂਰ ਹਾਜ਼ਰੀ ਪਾਣੀ, ਸੰਗਤਾਂ ਸਹਿਜ ਪਾਠ ਨਾਲ ਜੁੜਨ, ਇਹੀ ਸਾਡੀ ਬੇਨਤੀ ਹੈਗੀ ਆ। ਇਸ ਤਰ੍ਹਾਂ ਹੀ ਤੇ ਸੰਗਤ ਨੇ ਸ਼ੁਰੂਆਤ ਦੀ ਸਿੱਖ ਚੈਨਲ ਦਾ ਸੰਯੋਗ ਦਿੱਤਾ, ਗਾਹਾਂ ਵੀ ਤੁਸੀਂ ਸਿੱਖ ਚੈਨਲ ਦੀ ਸੰਯੋਗ ਦੇਣਾ। ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸਿੱਖ ਚੈਨਲ ਦਾ ਸਾਥ ਦਿੱਤਾ। ਗੁਰਪੁਰਬ ਦੀ ਸਾਰਿਆਂ ਨੂੰ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਦਵਿੰਦਰ ਸਿੰਘ ਬਾਲ ਜੀ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਸਰੋਪਾ ਲੈਣ ਦੀ ਕਿਰਪਾਲਤਾ ਕਰੋ ਜੀ। ਗੁਰੂ ਘਰ ਦੇ ਵਜ਼ੀਰ ਸਾਡੇ ਸਰੋਪਾ ਦੇਣ ਦੀ ਕਿਰਪਾਲਤਾ ਕਰੋ ਜੀ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।